ਤੁਸੀਂ ਧੋਖਾ ਨਾ ਖਾਓ, ਪਰਮੇਸ਼ਵਰ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ। ਪਰਮੇਸ਼ਵਰ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ, ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਢੇਗਾ ਵੀ, ਸੋ ਵੱਢੇਗਾ ਵੀ। ਆਮੀਨ। ਹੁਣ ਇਹ ਆਪਣੇ ਵਚਨ ਨੂੰ ਨੋਟ ਕਰਨਾ ਔਰ ਹੁਣ ਮੇਰੇ ਵੱਲ ਦੇਖਣਾ ਸਭ ਨੇ, ਔਰ ਘਰ ਜਾ ਕੇ ਤੁਸੀਂ ਜ਼ਰੂਰ ਇਹਨਾਂ ਵਚਨਾਂ ਨੂੰ ਤੁਸੀਂ ਪੜ੍ਹਨਾ ਔਰ ਸਮਝਣਾ, ਔਰ ਇਸੇ ਵਚਨ ਨੂੰ ਘਰ ਜਾ ਕੇ ਤੁਸੀਂ ਬੜੇ ਧਿਆਨ ਨਾਲ, ਤੁਸੀਂ ਬੜੇ ਗੌਰ ਨਾਲ ਦੇਖਣਾ ਕਿ ਅੱਜ ਪਰਮੇਸ਼ਵਰ ਦੇ ਦਾਸ ਨੇ ਕੀ ਵਚਨ ਤੁਹਾਨੂੰ ਦਿੱਤਾ ਹੈ, ਔਰ ਬੜੇ ਗੌਰ ਨਾਲ ਤੁਸੀਂ ਘਰ ਜਾ ਕੇ ਪੜ੍ਹਨਾ ਇਹਨੂੰ। ਕਲੀਸਿਆ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਇੱਕ ਦਾਣਾ, ਇੱਕ ਕਣਕ ਦਾ ਕੋਈ ਵੀ ਦਾਣਾ ਜਿਹੜਾ ਹੈ ਜਦ ਜ਼ਮੀਨ ਦੇ ਵਿੱਚ ਡਿੱਗਦਾ, ਔਰ ਜਦੋਂ ਡਿੱਗਦਾ ਤਾਂ ਜਦ ਤੱਕ ਉਹ ਦਾਣਾ ਮਰਦਾ ਨਹੀਂ, ਉਹ ਦੂਸਰੇ ਦਾਣਿਆਂ ਨੂੰ ਜਨਮ ਨਹੀਂ ਦਿੰਦਾ। ਅਗਰ ਉਹ ਮਰਦਾ ਨਹੀਂ ਤੇ ਫਿਰ ਵਚਨ 'ਚ ਲਿਖਿਆ ਕੱਲਾ ਹੀ ਰਹਿੰਦਾ ਹੈ। ਜਦੋਂ ਤੱਕ ਉਹ ਦਾਣਾ ਗਲਦਾ ਨਹੀਂ, ਸੜਦਾ ਨਹੀਂ, ਉਦੋਂ ਤੱਕ ਜ਼ਮੀਨ ਦੇ ਵਿੱਚ ਉਹ ਦਾਣਾ ਜਿਹੜਾ ਹੈ ਉਹ ਕੱਲਾ ਹੀ ਰਹਿੰਦਾ ਹੈ। ਪਰ ਜਦ ਉਹ ਆਪਣੇ ਆਪ ਨੂੰ ਖਤਮ ਕਰ ਲੈਂਦਾ, ਗਲ ਜਾਂਦਾ, ਸੜ ਜਾਂਦਾ, ਤਾਂ ਬਾਈਬਲ 'ਚ ਲਿਖਿਆ ਕਿ ਉਸ ਦਾਣੇ ਵਿੱਚੋਂ ਇੱਕ ਅੰਗੂਰੀ ਨਿਕਲਦੀ ਹੈ ਔਰ ਉਹਦੇ ਵਿੱਚੋਂ ਬੜਾ ਪੌਦਾ ਬਣ ਜਾਂਦਾ ਹੈ। ਫਿਰ ਉਹ ਬਹੁਤ ਸਾਰੇ ਦਾਣਿਆਂ ਨੂੰ ਕੀ ਦਿੰਦਾ ਹੈ? ਜਨਮ ਦਿੰਦਾ ਹੈ। ਇਹ ਦਾਣਾ ਜਿਹੜਾ ਹੈ ਇੱਕ ਵਿਸ਼ਵਾਸੀ ਨੂੰ ਦੱਸਦਾ ਹੈ, ਇੱਕ ਧਰਮੀ ਨੂੰ ਦੱਸਦਾ ਹੈ, ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ ਇਨਸਾਨ ਨੂੰ ਦੱਸਦਾ ਹੈ ਕਿ ਜਦ ਇੱਕ ਵਿਸ਼ਵਾਸੀ ਦਾਣਾ ਮਰ ਜਾਂਦਾ ਹੈ ਤਾਂ ਫਿਰ ਉਹ ਦੂਸਰੇ ਦਾਣਿਆਂ ਨੂੰ ਕੀ ਦਿੰਦਾ ਹੈ? ਜਨਮ ਦਿੰਦਾ ਹੈ। ਜਿਵੇਂ ਇੱਕ ਦਾਣਾ ਜ਼ਮੀਨ ਦੇ ਵਿੱਚ ਮਰਦਾ ਹੈ ਔਰ ਗਲ ਜਾਂਦਾ, ਸੜ ਜਾਂਦਾ, ਉਸ ਤੋਂ ਬਾਅਦ ਉਹਦੇ ਵਿੱਚੋਂ ਇੱਕ ਨਵਾਂ ਪੌਦਾ ਉੱਗਦਾ, ਇੱਕ ਨਵਾਂ ਬ੍ਰਿਕਸ਼ ਪੈਦਾ ਹੁੰਦਾ ਹੈ। ਸੇਮ ਟੂ ਸੇਮ ਤੁਹਾਡਾ ਜੀਵਨ ਜਿਹੜੀ ਐਸਾ ਜੀਵਨ ਹੈ, ਜਦ ਤੱਕ ਤੁਸੀਂ ਸਰੀਰ ਨੂੰ ਜਾਂ ਸਰੀਰ ਦੀ ਦੇਖਭਾਲ ਦੇ ਵਿੱਚ ਜਾਂ ਸਰੀਰ ਦੀ ਚਿੰਤਾ ਦੇ ਵਿੱਚ ਜਾਂ ਸਰੀਰਕ ਖਿਆਲਾਂ ਦੇ ਵਿੱਚ ਜਾਂ ਸਰੀਰਕ ਮਨੁੱਖ ਬਣ ਕੇ ਜਦੋਂ ਤੱਕ ਤੁਸੀਂ ਰਹੋਗੇ, ਤੁਹਾਡੇ ਜੀਵਨ ਦੇ ਵਿੱਚ ਕੋਈ ਆਸ਼ੀਸ਼ ਨਹੀਂ ਆਏਗੀ। ਸਰੀਰ ਦੀ ਚਿੰਤਾ ਘੱਟ ਕਰੋ, ਆਤਮਾ ਦੀ ਚਿੰਤਾ ਜ਼ਿਆਦਾ ਕਰੋ। ਘਰ ਦੀ ਚਿੰਤਾ ਘੱਟ ਕਰੋ, ਆਪਣੇ ਆਪ ਦੀ ਚਿੰਤਾ ਜ਼ਿਆਦਾ ਕਰੋ, ਆਪਣੀ ਆਤਮਾ ਦੀ ਚਿੰਤਾ ਜ਼ਿਆਦਾ ਕਰੋ। ਔਰ ਜਦੋਂ ਤੱਕ ਤੁਸੀਂ ਸਰੀਰਕ ਬਣੇ ਰਹੋਗੇ, ਪਰਮੇਸ਼ਵਰ ਦੀ ਸਾਮਰਥ ਤੁਹਾਨੂੰ ਕਦੇ ਇਸਤੇਮਾਲ ਨਹੀਂ ਕਰੇਗੀ ਤੇ ਨਾ ਤੁਹਾਡੇ ਜੀਵਨ ਦੇ ਵਿੱਚ ਆਉਗੀ। ਇਸੇ ਕਰਕੇ ਲਿਖਿਆ ਹੈ ਕਿ ਦਾਣਾ ਜਦੋਂ ਤੱਕ ਮਰਦਾ ਨਹੀਂ, ਉਦੋਂ ਤੱਕ ਦੂਸਰੇ ਦਾਣੇ ਨੂੰ ਜਨਮ ਨਹੀਂ ਦਿੰਦਾ। ਤੇ ਇਸੇ ਤਰੀਕੇ ਨਾਲ ਜਦੋਂ ਤੱਕ ਤੁਸੀਂ ਸਰੀਰਕ ਰੂਪ ਤੇ ਤੁਹਾਡੀਆਂ ਅਭਿਲਾਸ਼ਾਵਾਂ, ਤੁਹਾਡੀਆਂ ਸੋਚਾਂ ਔਰ ਤੁਹਾਡਾ ਪੁਰਾਣਾ ਜੀਵਨ ਜਿਹੜਾ ਹੈ ਜਦੋਂ ਤੱਕ ਮਰਦਾ ਨਹੀਂ, ਉਦੋਂ ਤੱਕ ਨਵਾਂ ਤੁਹਾਡੇ ਜੀਵਨ ਦੇ ਵਿੱਚ ਕੁਝ ਆਏਗਾ ਨਹੀਂ। ਇਸੇ ਕਰਕੇ ਪ੍ਰਭੂ ਦੀ ਬਾਣੀ 'ਚ ਲਿਖਿਆ ਹੈ, ਅਥਵਾ ਧੋਖਾ ਨਾ ਖਾਓ। ਜਦੋਂ ਤੱਕ ਅਸੀਂ ਪੁਰਾਣੇ ਜੀਵਨ ਨੂੰ ਛੱਡਾਂਗੇ ਨਹੀਂ, ਪੁਰਾਣੇ ਜੀਵਨ ਨੂੰ ਮਾਰਾਂਗੇ ਨਹੀਂ, ਉਦੋਂ ਤੱਕ ਨਵਾਂ ਤੁਹਾਡੇ ਜੀਵਨ ਦੇ ਵਿੱਚ ਨਵੀਂ ਅੰਗੂਰੀ, ਨਵੀਂ ਬਲੈਸਿੰਗ, ਨਵੀਂ ਆਸ਼ੀਸ਼ ਕਦੀ ਪੈਦਾ ਹੋ ਹੀ ਨਹੀਂ ਸਕਦੀ ਜਦੋਂ ਤੱਕ ਪੁਰਾਣਾ ਜੀਵਨ ਮਰੇਗਾ ਨਹੀਂ। ਤਾਂ ਬਾਈਬਲ 'ਚ ਲਿਖਿਆ ਹੈ ਕਿ ਧੋਖਾ ਨਾ ਖਾਓ। ਇਹਦਾ ਮਤਲਬ ਕਿ ਜਦੋਂ ਤੱਕ ਤੁਹਾਡਾ ਪੁਰਾਣਾ ਜੀਵਨ ਦੇ ਵਿੱਚ ਜੀਵਨ ਰਹੇਗਾ, ਤੁਹਾਡੇ ਭਾਵੇਂ ਤੁਸੀਂ ਵਿਸ਼ਵਾਸੀ ਹੋ, ਭਾਵੇਂ ਤੁਸੀਂ ਧਰਮੀ ਹੋ, ਬੜੀ ਪ੍ਰਾਰਥਨਾ ਕਰਨ ਵਾਲੇ ਹੋ, ਲਗਾਤਾਰ ਸੰਗਤੀ ਵੀ ਕਰਨ ਵਾਲੇ ਹੋ, ਪਰ ਅਜੇ ਤੱਕ ਕੁਝ ਐਸੇ ਪਾਪ, ਕੁਝ ਐਸੀਆਂ ਕਮੀਆਂ, ਕੁਝ ਐਸੀਆਂ ਤਰੁੱਟੀਆਂ, ਕੁਝ ਐਸੇ ਕੰਮ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਤੁਹਾਡੇ ਜੀਵਨ ਦੇ ਵਿੱਚ, ਔਰ ਤੁਸੀਂ ਤੋਬਾ ਵੀ ਕੀਤੀ ਹੈ, ਤੁਸੀਂ ਬਪਤਿਸਮਾ ਵੀ ਲਿਆ, ਤੁਸੀਂ ਦੁਆ ਵੀ ਕਰਦੇ ਹੋ, ਪ੍ਰਾਰਥਨਾ ਵੀ ਕਰਦੇ ਹੋ, ਆਪਣਾ ਦਾਨ ਦਸਵੰਧ ਇਮਾਨਦਾਰੀ ਨਾਲ ਸਾਰੇ ਕੰਮ ਤੁਸੀਂ ਕਰਦੇ ਹੋ, ਪਰ ਪੁਰਾਣੇ ਜੀਵਨ ਦੇ ਵਿੱਚ ਅਜੇ ਤੱਕ ਤੁਹਾਡੇ ਜੀਵਨ ਦੇ ਵਿੱਚ ਪੁਰਾਣੇ ਕੰਮ ਹੀ ਨੇ, ਅਜੇ ਤੱਕ ਪੁਰਾਣੇ ਖਿਆਲ ਹੀ ਤੁਹਾਡੇ ਜੀਵਨ ਦੇ ਵਿੱਚ ਨੇ,
ਅਜੇ ਤੱਕ ਪੁਰਾਣਾ ਸੁਭਾਅ ਹੀ ਤੁਹਾਡੇ ਜੀਵਨ ਦੇ ਵਿੱਚ ਹੈ। ਭਾਵੇਂ ਨਵਾਂ ਸਾਲ ਵੀ ਤੁਹਾਡੇ ਆ ਗਿਆ, ਪਰ ਪੁਰਾਣੇ ਕੰਮ ਤੁਹਾਡੇ ਜੀਵਨ ਦੇ ਵਿੱਚ ਚੱਲਦੇ ਨੇ। ਔਰ ਇਹਦਾ ਮਤਲਬ ਕਿ ਅਜੇ ਤੱਕ ਪੁਰਾਣਾ ਹੀ ਸਭ ਕੁਝ ਹੈ। ਤੇ ਫਿਰ ਧੋਖਾ, ਵਚਨ 'ਚ ਲਿਖਿਆ, ਫਿਰ ਤੁਸੀਂ ਧੋਖਾ ਖਾ ਰਹੇ ਹੋ। ਫਿਰ ਤੁਸੀਂ ਧੋਖਾ ਖਾ ਰਹੇ ਹੋ ਜਦੋਂ ਤੱਕ ਤੁਹਾਡੇ ਜੀਵਨ ਦੇ ਵਿੱਚ ਪੁਰਾਣਾ ਜੀਵਨ ਹੈ ਨਾ। ਫਿਰ ਵਚਨ 'ਚ ਲਿਖਿਆ ਧੋਖਾ ਨਾ ਖਾਓ। ਔਰ ਅਗਲੇ ਵਚਨ 'ਚ ਲਿਖਿਆ ਪਰਮੇਸ਼ਰ ਨੂੰ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ। ਪਰਮੇਸ਼ਰ ਨੂੰ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਬੀਜਦਾ ਸੋ ਵੱਡੇਗਾ ਵੀ। ਅੱਜ ਕਿਸਾਨ ਨੇ ਕਣਕ ਬੀਜੀ ਹੈ ਨਵੰਬਰ ਦਸੰਬਰ ਦੇ ਵਿੱਚ, ਉਹਨੇ ਕਣਕ ਬੀਜੀ ਹੈ ਤਾਂ ਅਪ੍ਰੈਲ ਦੇ ਵਿੱਚ ਉਹਨੇ ਕੀ ਹੈ, ਕਣਕ ਹੀ ਵੱਢਣੀ ਹੈ। ਕਿਸੇ ਜ਼ਿਮੀਂਦਾਰ ਨੇ ਜਾਂ ਕਿਸਾਨ ਨੇ ਕਮਾਦ ਬੀਜਿਆ, ਮੱਕੀ ਬੀਜੀ, ਕੋਈ ਵੀ ਚੀਜ਼ ਬੀਜੀ ਹੈ, ਉਹਨੇ ਜਿਹੜੀ ਚੀਜ਼ ਬੀਜੀ ਹੈ ਉਹਨੇ ਉਹੀ ਵੱਢਣੀ ਹੈ। ਔਰ ਕਲੀਸਿਆ ਧਿਆਨ ਨਾਲ ਸੁਣੋ, ਜੋ ਤੁਸੀਂ ਆਪਣੇ ਜੀਵਨ 'ਚ ਬੀਜ ਰਹੇ ਹੋ ਨਾ, ਜੋ ਤੁਸੀਂ ਬੀਜ ਰਹੇ ਹੋ ਜਾਂ ਤੁਸੀਂ ਬੀਜਿਆ ਜਾਂ ਤੁਸੀਂ ਬੀਜੋਗੇ, ਉਹ ਤੁਸੀਂ ਵੱਢੋਗੇ ਜ਼ਰੂਰ। ਔਰ ਉਹ ਤੁਸੀਂ ਜ਼ਰੂਰ ਵੱਢੋਗੇ। ਤੁਹਾਨੂੰ ਪਤਾ ਜਿਹੜੀ ਚੀਜ਼ ਜ਼ਮੀਨ ਦੇ ਵਿੱਚ ਇੱਕ ਵਾਰੀ ਚਲੇ ਜਾਂਦੀ ਹੈ ਨਾ, ਉਹ ਉੱਗਦੀ ਹੈ, ਉਹ 100% ਉੱਗਦੀ ਹੈ। ਉਹ ਉੱਗਦੀ ਹੈ ਔਰ ਉਦੋਂ ਪਤਾ ਲੱਗਦਾ ਕਿ ਕਾਹਦਾ ਬੀਜ ਹੈ, ਤੁਸੀਂ ਕੀ ਬੀਜਿਆ। ਕੀ ਤੁਸੀਂ ਆਤਮਾ ਦੇ ਵਾਸਤੇ ਬੀਜਿਆ ਜਾਂ ਤੁਸੀਂ ਸਰੀਰ ਦੇ ਵਾਸਤੇ ਬੀਜਿਆ, ਤੁਸੀਂ ਆਪਣੇ ਵਾਸਤੇ ਬੀਜਿਆ ਜਾਂ ਤੁਸੀਂ ਪਰਮੇਸ਼ਵਰ ਦੀ ਮਹਿਮਾ ਵਾਸਤੇ ਬੀਜਿਆ। ਜੋ ਵੀ ਤੁਸੀਂ ਬੀਜਿਆ ਕਲੀਸਿਆ ਸੋ ਤੁਸੀਂ ਵੱਢੋਗੇ। ਔਰ ਇਸ ਸਮੇਂ ਪਰਮੇਸ਼ਵਰ ਕੀ ਕਹਿ ਰਿਹਾ ਹੈ, ਧੋਖਾ ਨਾ ਖਾਓ, ਨਾ ਪਰਮੇਸ਼ਰ ਨੂੰ ਠੱਠਿਆਂ ਦੇ ਵਿੱਚ ਉਡਾਓ, ਕਿਉਂਕਿ ਜੋ ਮਨੁੱਖ ਬੀਜਦਾ ਸੋ ਵੱਢੇਗਾ ਵੀ। ਬੋਲੋ ਹਾਲੇਲੂਇਆ। ਸੋ ਵੱਢੇਗਾ ਵੀ। ਜੋ ਬੀਜੇਗਾ, ਵਚਨ 'ਚ ਲਿਖਿਆ ਸੋ ਕੀ ਕਰੇਗਾ, ਉਹ ਵੱਢੇਗਾ। ਹੁਣ ਆਪਣੇ ਜੀਵਨ 'ਚ ਥੋੜਾ ਸਮਾਂ ਝਾਤੀ ਮਾਰ ਕੇ ਦੇਖੀਏ ਕਿ 2023 ਆ ਗਿਆ, ਉਸ ਤੋਂ ਬਾਅਦ 24 ਆ ਗਿਆ, ਔਰ ਆਪਣੇ ਜੀਵਨ 'ਚ ਅਸੀਂ ਪਿਛਲੇ ਸਾਲ ਕੀ ਬੀਜਿਆ ਔਰ ਇਸ ਸਾਲ ਦੇ ਵਿੱਚ ਅਸੀਂ ਕੀ ਬੀਜ ਰਹੇ ਹਾਂ। ਆਪਣੇ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਕੀ ਬੀਜ ਰਹੇ ਹਾਂ। ਔਰ ਜੋ ਤੁਸੀਂ ਬੀਜੋਗੇ, ਜੋ ਤੁਸੀਂ ਜਨਵਰੀ 'ਚ ਬੀਜਿਆ, ਉਹ ਤੁਸੀਂ ਇਸ ਸਾਲ ਦੇ ਵਿੱਚ ਜ਼ਰੂਰ ਬੀਜੋ, ਵੱਢੋਗੇ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੋ, ਤੁਸੀਂ ਕੀ ਬੀਜ ਰਹੇ ਹੋ ਔਰ ਤੁਸੀਂ ਕੀ ਵੱਢੋਗੇ। ਯਾਦ ਰੱਖੋ, ਜੋ ਬੀਜੇਗਾ ਸੋ ਹੀ ਵੱਢੇਗਾ। ਇਸ ਕਰਕੇ ਪ੍ਰਭੂ ਦੇ ਵਚਨ 'ਚ ਲਿਖਿਆ ਹੈ, ਆਪਣੇ ਕੰਮਾਂ ਦੇ ਉੱਤੇ ਖਿਆਲ ਕਰੋ। ਵਚਨ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਦੀ ਬਾਣੀ 'ਚ ਲਿਖਿਆ ਹੈ ਕਿ ਅੱਛਾ ਬ੍ਰਿਕਸ਼ ਜਿਹੜਾ ਉਹ ਮਾੜਾ ਫਲ ਨਹੀਂ ਦੇ ਸਕਦਾ। ਜਿਹੜਾ ਅੱਛਾ ਬ੍ਰਿਕਸ਼ ਹੈ ਉਹ ਮਾੜਾ ਫਲ ਨਹੀਂ ਦੇ ਸਕਦਾ। ਔਰ ਜਿਹੜਾ ਮਾੜਾ ਫਲ ਹੈ, ਜਿਹੜਾ ਮਾੜਾ ਬ੍ਰਿਕਸ਼ ਹੈ, ਉਹ ਚੰਗਾ ਫਲ ਨਹੀਂ ਦੇ ਸਕਦਾ। ਜਿਹੜਾ ਚੰਗਾ ਬ੍ਰਿਕਸ਼ ਹੈ ਉਹ ਚੰਗਾ ਫਲ ਦਿੰਦਾ ਹੈ। ਜਿਹੜਾ ਮਾੜਾ ਬ੍ਰਿਕਸ਼ ਹੈ ਉਹ ਮਾੜਾ ਫਲ ਹੀ ਦਿੰਦਾ ਹੈ। ਤੇ ਮਾੜੇ ਤੁਸੀਂ ਨਹੀਂ, ਮਾੜਾ ਉਹ ਹੈ ਜੋ ਸ਼ੈਤਾਨ ਤੁਹਾਡੇ ਕਰੈਕਟਰ ਨੂੰ, ਤੁਹਾਡੀਆਂ ਸੋਚਾਂ ਨੂੰ, ਤੁਹਾਡੇ ਵਿਚਾਰਾਂ ਨੂੰ ਮਾੜਾ ਕਰ ਦਿੰਦਾ ਹੈ। ਇਸੇ ਕਰਕੇ ਅੱਜ ਅਸੀਂ ਵਚਨ ਚਰਚ ਛੱਡਣ ਤੋਂ ਪਹਿਲਾਂ, ਇਸ ਆਰਾਧਨਾ ਨੂੰ ਛੱਡਣ ਤੋਂ ਪਹਿਲਾਂ ਆਪਣੇ ਕੰਮਾਂ ਉੱਤੇ ਗੌਰ ਕਰੀਏ ਕਿ ਅਸੀਂ ਇਸ ਸਾਲ ਦੇ ਵਿੱਚ ਕੀ ਬੀਜ ਰਹੇ ਹਾਂ। ਇੱਕ ਵਚਨ ਪੜ੍ਹੀਏ, ਔਰ ਜਿਸ ਤਰ੍ਹਾਂ ਦਾ ਅਸੀਂ ਬੀਜਦੇ ਹਾਂ ਉਸੇ ਤਰ੍ਹਾਂ ਦਾ ਹੀ ਅਸੀਂ ਵੱਢਦੇ ਹਾਂ। ਪੜ੍ਹੀਏ ਇੱਕ ਵਚਨ, 2 ਕਰੰਥੀਆਂ 9 ਅਧਿਆਏ ਉਹਦਾ 6 ਵਚਨ। 2 ਕਰੰਥੀਆਂ ਉਹਦਾ 9 ਅਧਿਆਏ 6 ਵਚਨ ਅਸੀਂ ਪੜ੍ਹੀਏ। ਹਾਂਜੀ, ਸਭ ਪੜ੍ਹੀਏ। 2 ਕਰੰਥੀਆਂ 9 ਅਧਿਆਏ ਉਹਦਾ 6 ਵਚਨ ਸਭ ਮਿਲ ਕੇ ਅਸੀਂ ਪੜਾਂਗੇ। ਆਪਣੀ ਬਾਈਬਲ ਖੋਲੋ ਔਰ ਉਹਦੇ ਵਿੱਚ ਸਾਰੇ ਅਸੀਂ ਸਾਰੇ ਚਰਚ ਦੇ ਸੇਵਾਦਾਰ ਤੇ ਵਲੰਟੀਅਰ, ਸਾਰੀ ਕਲੀਸਿਆ ਉਸ ਵਚਨ ਪੜ੍ਹੀਏ। ਹਾਂਜੀ, ਪੜ੍ਹੀਏ ਸਭ ਜਨ, ਜਿਹਨੂੰ ਮਿਲ ਗਿਆ ਇਕੱਠੇ ਪੜੋ, ਸਾਰੇ ਸਭ ਜਨ ਇਕੱਠੇ ਪੜੋ। ਪਰ ਗੱਲ ਇਹ ਹੈ, ਰੱਬ ਦੀ ਦਾਸੀ ਦੇ ਪਿੱਛੇ ਬੋਲੋ ਸਭ ਜਨ। ਹਾਂਜੀ, ਪਰ ਗੱਲ ਇਹ ਹੈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਹੀ ਵੱਢੇਗਾ, ਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ। ਦੁਬਾਰਾ,
ਪਰ ਗੱਲ ਇਹ ਹੈ ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਢੇਗਾ। ਬੋਲੋ ਹਾਲੇਲੂਇਆ। ਹਾਲੇਲੂਇਆ। ਜਿਹੜਾ ਘੱਟ ਬੀਜਦਾ ਸੋ ਘੱਟ ਹੀ, ਪਰ ਜਿਹੜਾ ਖੁੱਲੇ ਦਿਲ ਬੀਜਦਾ ਉਹ ਖੁੱਲੇ ਦਿਲ। ਅਸੀਂ ਸ਼ੁਰੂ ਕੀਤਾ, ਜੋ ਬੀਜੇਗਾ ਸੋ ਵੱਢੇਗਾ। ਔਰ ਪਰਮੇਸ਼ਰ ਨੂੰ ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਦੇ ਵਿੱਚ ਨਹੀਂ ਉਡਾਈਦਾ, ਕਿਉਂਕਿ ਜੋ ਮਨੁੱਖ ਬੀਜਦਾ ਸੋ ਵੱਢੇਗਾ। ਔਰ ਇਸ ਜਗ੍ਹਾ ਤੇ ਲਿਖਿਆ ਕਿ ਜਿਹੜਾ ਘੱਟ ਬੀਜਦਾ ਸੋ ਘੱਟ ਹੀ ਵੱਢੇਗਾ। ਜੋ ਤੁਸੀਂ ਘੱਟ ਬੀਜਿਆ ਸੋ ਘੱਟ ਹੀ ਤੁਸੀਂ ਵੱਢੋਗੇ, ਜ਼ਿਆਦਾ ਨਹੀਂ ਵੱਢੋਗੇ ਤੁਸੀਂ। ਜੋ ਮਨੁੱਖ ਬੀਜਦਾ ਸੋ ਵੱਢੇਗਾ, ਔਰ ਜੋ ਤੁਸੀਂ ਬੀਜਿਆ ਸੋ ਵੱਢੋਗੇ। ਔਰ ਅਗਰ ਤੁਸੀਂ ਜ਼ਿਆਦਾ ਬੀਜਿਆ ਤਾਂ ਜ਼ਿਆਦਾ ਹੀ ਤੁਸੀਂ ਵੱਢੋਗੇ। ਅਗਰ ਤੁਸੀਂ ਘੱਟ ਬੀਜਿਆ ਤਾਂ ਵਚਨ 'ਚ ਲਿਖਿਆ ਤੁਸੀਂ ਘੱਟ ਬੀਜ ਕੇ ਜ਼ਿਆਦਾ ਵੱਢ ਨਹੀਂ ਸਕਦੇ। ਤੁਸੀਂ ਘੱਟ ਥੋੜਾ ਜਿਹਾ ਬੀਜ ਕੇ ਤੁਸੀਂ ਜ਼ਿਆਦਾ ਵੱਢੋਗੇ ਨਹੀਂ। ਕਈ ਵਾਰੀ ਅਸੀਂ ਕਹਿੰਦੇ ਆ ਕਿ ਸਾਡੇ ਬੰਧਨ ਟੁੱਟੇ ਨਹੀਂ। ਕਈ ਵਾਰੀ ਅਸੀਂ ਕਹਿੰਦੇ ਸਾਡੀ ਪ੍ਰਾਰਥਨਾ ਸੁਣੀ ਨਹੀਂ ਗਈ। ਕਈ ਵਾਰੀ ਅਸੀਂ ਕਹਿੰਦੇ ਆ ਕਿ ਸਾਡੀ ਬਿਮਾਰੀ ਅਜੇ ਗਈ ਨਹੀਂ। ਕਈ ਵਾਰੀ ਅਸੀਂ ਕਹਿੰਦੇ ਆ ਕਿ ਸਾਡੇ ਘਰ 'ਚ ਬਰਕਤ ਨਹੀਂ ਆਈ। ਕਈ ਵਾਰੀ ਅਸੀਂ ਕਹਿੰਦੇ ਆ, ਕਈ ਵਾਰੀ ਅਸੀਂ ਪਰਮੇਸ਼ਵਰ ਨੂੰ ਇਲਾਮਾ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤੇ ਸੇਵਕਾਂ ਨੂੰ ਵੀ ਇਲਾਮਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਹੁਣ ਪਰਮੇਸ਼ਵਰ ਦਾ ਆਤਮਾ ਇੱਕ ਸਵਾਲ ਪੁੱਛਦਾ ਤੁਹਾਨੂੰ ਕਿ ਤੁਹਾਡੀ ਪ੍ਰਾਰਥਨਾ ਕਿੰਨੀ ਹੈ? ਤੁਹਾਡੀ ਪ੍ਰਾਰਥਨਾ ਕਿੰਨੀ? ਤੁਹਾਡੀ ਮਿਹਨਤ ਕਿੰਨੀ? ਤੁਸੀਂ ਸਵਰਗੀ ਖੇਤ ਦੇ ਵਿੱਚ ਕਿੰਨਾ ਕੁ ਬੀਜਿਆ? ਕਿੰਨਾ ਕੁ ਤੁਸੀਂ ਪਰਮੇਸ਼ਰ ਦਾ ਵਫਾਦਾਰ ਹੋ? ਆਪਣੇ ਜੀਵਨ ਤੇ ਗੌਰ ਕਰੋ। ਅਸੀਂ ਕਹਿ ਰਹੇ ਹਾਂ ਕਿ ਸਾਡੇ ਬੰਧਨ ਨਹੀਂ ਟੁੱਟੇ, ਅਸੀਂ ਚੰਗੇ ਨਹੀਂ ਹੋਏ, ਸਾਨੂੰ ਹੀ ਛੁਟਕਾਰਾ ਨਹੀਂ ਮਿਲਿਆ। ਤਾਂ ਫਿਰ ਆਪਣੇ ਜੀਵਨ 'ਚ ਝਾਤੀ ਮਾਰ ਕੇ ਦੇਖੀਏ ਕਿ ਪ੍ਰਾਰਥਨਾ ਕਿੰਨੀ ਹੈ, ਪਰਮੇਸ਼ਰ ਨਾਲ ਤੁਹਾਡਾ ਸੰਬੰਧ ਤੇ ਪਰਮੇਸ਼ਰ ਨਾਲ ਪਿਆਰ ਕਿੰਨਾ ਤੁਹਾਡਾ, ਕਿੰਨਾ ਕਿ ਤੁਸੀਂ ਪਰਮੇਸ਼ਰ ਨੂੰ ਬਲਿਦਾਨ ਚੜਾਉਂਦੇ ਹੋ, ਕਿੰਨਾ ਕਿ ਤੁਹਾਡਾ ਰਿਲੇਸ਼ਨ ਪਰਮੇਸ਼ਰ ਨਾਲ ਹੈ, ਕਿੰਨਾ ਕਿ ਸੰਬੰਧ ਤੁਹਾਡਾ ਪਰਮੇਸ਼ਰ ਨਾਲ ਹੈ, ਔਰ ਕਿੰਨਾ ਕਿ ਤੁਸੀਂ ਵਚਨ ਪੜ੍ਹਦੇ ਹੋ, ਕਿੰਨਾ ਕਿ ਤੁਸੀਂ ਪ੍ਰਭੂ ਦੇ ਕਰੀਬੀ ਹੋ, ਕਿੰਨਾ ਕਿ ਤੁਹਾਡਾ ਪਰਮੇਸ਼ਰ ਨਾਲ ਪਿਆਰ ਹੈ। ਔਰ ਲਾਸਟ ਵਿੱਚ ਮੈਂ ਦੱਸਾਂ ਤੇ ਕਿੰਨਾ ਕਿ ਤੁਸੀਂ ਪਰਮੇਸ਼ਰ ਤੋਂ ਡਰਦੇ ਹੋ। ਆਪਣੇ ਜੀਵਨ 'ਚ ਝਾਤੀ ਮਾਰ ਕੇ ਦੇਖੋ। ਵਚਨ 'ਚ ਲਿਖਿਆ ਜੋ ਮਨੁੱਖ ਜੇ ਘੱਟ ਬੀਜੇਗਾ ਸੋ ਘੱਟ ਹੀ ਵੱਢੋਗੇ, ਪਰ ਜਿਹੜਾ ਖੁੱਲੇ ਦਿਲ ਬੀਜਦਾ ਸੋ ਖੁੱਲੇ ਦਿਲ ਵੱਢੇਗਾ। ਬੋਲ ਹਾਲੇਲੂਇਆ। ਹਾਲੇਲੂਇਆ। ਇੱਥੇ ਬੀਜਣ ਦਾ ਜਿਵੇਂ ਕਿਸਾਨ ਖੁੱਲਾ ਹੀ ਬੀਜਦਾ, ਮੁੱਠਾਂ ਭਰ ਭਰ ਬੀਜਦਾ, ਤਾਂ ਜਦੋਂ ਕਟਾਈ ਦੇ ਸਮੇਂ ਆਂਦਾ, ਜਿਹੜਾ ਕਟਾਈ ਦਾ, ਵਢਾਈ ਦਾ ਔਰ ਪ੍ਰਾਪਤ ਕਰਨ ਦਾ ਸਮਾਂ ਆਂਦਾ, ਫਿਰ ਉਹ ਬੋਰੀਆਂ ਭਰ ਭਰ ਕੇ ਆਪਣੇ ਪੈਦਾਵਾਰ ਨਾਲ ਆਪਣੇ ਘਰ ਨੂੰ ਲੈ ਕੇ ਜਾਂਦਾ। ਪਰ ਜਿਸ ਕਿਸਾਨ ਨੇ ਕੰਜੂਸੀ ਨਾਲ ਬੀਜਿਆ ਉਹ ਕੰਜੂਸੀ ਨਾਲ ਹੀ ਵੱਢਦਾ ਤੇ ਕੰਜੂਸੀ ਨਾਲ ਹੀ ਉਹ ਪ੍ਰਾਪਤ ਕਰਦਾ। ਜ਼ਬੂਰ 125 ਉਹਦੇ 6 ਵਚਨ 'ਚ ਲਿਖਿਆ ਹੈ, ਜਿਹੜਾ ਹੰਝੂਆਂ ਨਾਲ ਬੀਜਦਾ ਉਹ ਜਕਾਰਿਆਂ ਨਾਲ ਵੱਢੇਗਾ। ਉਹ ਖੁਸ਼ੀ ਨਾਲ ਵੱਢੇਗਾ, ਆਨੰਦ ਨਾਲ, ਲਲਕਾਰਿਆਂ ਨਾਲ ਵੱਢੇਗਾ। ਜੋ ਹੰਝੂਆਂ ਨਾਲ ਬੀਜਦਾ ਉਹ ਜਕਾਰਿਆਂ ਨਾਲ ਵੱਢੂਗਾ, ਪਰ ਜਿਹੜਾ ਘੱਟ ਬੀਜਦਾ ਸੋ ਘੱਟ ਹੀ ਵੱਢੇਗਾ। ਹੁਣ ਧਿਆਨ ਨਾਲ ਸੁਣੋ। ਹੁਣ ਕਲੀਸਿਆ ਸਵਾਲ ਇਹ ਪੈਦਾ ਹੋਇਆ ਕਿ ਹੁਣ ਅਸੀਂ ਬੀਜੇ ਕੀ? ਬਹੁਤ ਵਾਰੀ ਤੁਸੀਂ ਬੀਜ ਉੱਤੇ ਵਚਨ ਸੁਣਿਆ, ਹੁਣ ਅਸੀਂ ਬੀਜੇ ਕੀ? ਕਲੀਸਿਆ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ, ਮੈਂ ਪਿਛਲੇ ਸਾਲ ਵਿੱਚ ਵੀ ਬਹੁਤ ਜ਼ੋਰ ਦਿੱਤਾ ਸੀ ਇਹ ਚੀਜ਼ ਉੱਤੇ, ਤੇ ਇਸ ਸਾਲ ਵਿੱਚ ਮੈਂ ਉਸ ਤੋਂ ਜ਼ਿਆਦਾ ਜ਼ੋਰ ਦੇਵਾਂਗਾ। ਹੁਣ ਅਸੀਂ ਬੀਜੀਏ ਕੀ ਤੇ ਅਸੀਂ ਵੱਢੀਏ ਕੀ? ਹੁਣੇ ਅਸੀਂ ਵਚਨ ਸੁਣਿਆ ਜੋ ਬੀਜੇਗਾ ਸੋ ਵੱਢੇਗਾ। ਇਸ ਸਾਲ ਦੇ ਵਿੱਚ ਅਸੀਂ ਜੋ ਬੀਜਣਾ ਹੈ, ਸਭ ਤੋਂ ਜੋ ਬੈਸਟ ਚੀਜ਼ ਬੀਜਣੀ ਹੈ ਉਹ ਹੈ ਤੁਹਾਡੀ ਪ੍ਰਾਰਥਨਾ। ਉਹ ਹੈ ਤੁਹਾਡੀ ਪ੍ਰਾਰਥਨਾ। ਉਹ ਹੈ ਤੁਹਾਡੀ ਪ੍ਰਾਰਥਨਾ। ਉਹ ਹੈ ਤੁਹਾਡੀ ਪ੍ਰਾਰਥਨਾ ਜੋ ਪਰਮੇਸ਼ਰ ਸਭ ਤੋਂ ਪਹਿਲਾਂ ਤੁਹਾਡੇ ਜੀਵਨ ਤੋਂ ਚਾਹੁੰਦਾ ਹੈ। ਕਈ ਵਾਰੀ
ਅਸੀਂ ਕਈਆਂ ਪਰਿਵਾਰਾਂ 'ਚ ਜਾਈਏ ਨਾ ਤੇ ਕਈ ਭੈਣ ਭਰਾਵਾਂ ਨੂੰ ਪੁੱਛੀਏ ਕਿ ਭੈਣ ਜੀ ਪ੍ਰਾਰਥਨਾ ਕਰਦੇ ਹੋ, ਭਾਈ ਸਾਹਿਬ ਪ੍ਰਾਰਥਨਾ ਕਰਦੇ ਹੋ, ਕਹਿੰਦੇ ਠੰਡ ਨਿਕਲ ਗਈ ਤੇ ਪਾਸਟਰ ਜੀ ਫਿਰ ਅਸੀਂ ਪ੍ਰਾਰਥਨਾ ਸ਼ੁਰੂ ਕਰਾਂਗੇ। ਮੌਸਮ ਥੋੜਾ ਵਧੀਆ ਆ ਜਾਏਗਾ ਨਾ ਤੇ ਫਿਰ ਅਸੀਂ ਪ੍ਰਾਰਥਨਾ ਸ਼ੁਰੂ ਕਰਾਂਗੇ। ਥੋੜਾ ਮੌਸਮ ਸਹੀ ਹੋ ਜਾਏਗਾ, ਠੰਡ ਨਿਕਲ ਜਾਏਗੀ ਨਾ ਤੇ ਫਿਰ ਅਸੀਂ ਪ੍ਰਾਰਥਨਾ ਕਰਾਂਗੇ। ਤੇ ਮੈਂ ਇੱਕ ਚੀਜ਼ ਸੋਚਦਾ ਕਿ ਬਿਮਾਰ ਤੁਸੀਂ ਠੰਡ ਵਿੱਚ ਹੀ ਹੋ ਕਿ ਜਾਂ ਗਰਮੀ ਨੂੰ ਦੇਖੋਗੇ। ਬੰਧਨ ਸ਼ੈਤਾਨ ਲਗਾਤਾਰ ਤੁਹਾਡੇ ਪਰਿਵਾਰਾਂ ਉੱਤੇ ਅਟੈਕ ਮਾਰਿਆ ਔਰ ਤੁਸੀਂ ਸੁੱਤੇ ਹੋਏ ਹੋ। ਤੁਹਾਡੇ ਪਤੀ ਨੂੰ ਗਲਤ ਸੰਗਤ ਵਿੱਚ ਲੈ ਕੇ ਜਾ ਰਿਹਾ ਸ਼ੈਤਾਨ ਔਰ ਤੁਸੀਂ ਵੇਟ ਕਰ ਰਹੇ ਹੋ ਕਿ ਮੌਸਮ ਚੰਗਾ ਆਊਗਾ। ਤੁਹਾਡੇ ਬੱਚਿਆਂ ਉੱਤੇ ਲਗਾਤਾਰ ਸ਼ੈਤਾਨ ਅਟੈਕ ਮਾਰਿਆ ਔਰ ਤੁਸੀਂ ਇੰਤਜ਼ਾਰ ਕਰ ਰਹੇ ਹੋ। ਤੁਹਾਡਾ ਕਾਰੋਬਾਰ ਡਾਊਨ ਤੋਂ ਡਾਊਨ ਜਾ ਰਿਹਾ ਔਰ ਤੁਸੀਂ ਵੇਟ ਕਰ ਰਹੇ ਹੋ ਕਿ ਅੱਛਾ ਮੌਸਮ ਆਏਗਾ। ਸ਼ੈਤਾਨ ਨੂੰ ਮੌਸਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨੂੰ ਇਹ ਹੈ ਕਿ ਇਹਨੂੰ ਡਾਊਨ ਕਿਵੇਂ ਕਰਨਾ ਹੈ, ਇਹਨੂੰ ਪਰਮੇਸ਼ਰ ਨਾਲੋਂ ਅੱਡ ਕਿਵੇਂ ਕਰਨਾ ਹੈ। ਲਗਾਤਾਰ ਦੁਸ਼ਟ ਆਤਮਾ ਕੰਮ ਕਰ ਰਹੀਆਂ ਨੇ ਔਰ ਤੁਸੀਂ ਵੇਟ ਕਰ ਰਹੇ ਹੋ ਕਿ ਮੌਸਮ ਚੰਗਾ ਆਏਗਾ, ਸਮਾਂ ਚੰਗਾ ਆਊਗਾ, ਫਿਰ ਪ੍ਰਾਰਥਨਾ ਸ਼ੁਰੂ ਕਰਾਂਗੇ। ਇਹ ਤੁਹਾਡੀ ਕਿੱਡੀ ਕੀ ਗਲਤੀ। ਤੁਸੀਂ, ਮੈਂ ਬਹੁਤ ਵਾਰੀ ਦੱਸਿਆ, ਤੁਸੀਂ ਪਰਮੇਸ਼ਰ ਕੋਲੋਂ ਵੀ ਮਾਰ ਖਾਂਦੇ ਹੋ ਔਰ ਤੁਸੀਂ ਸ਼ੈਤਾਨ ਕੋਲੋਂ ਵੀ ਮਾਰ ਖਾਂਦੇ ਹੋ ਜਦੋਂ ਤੁਸੀਂ ਇਸ ਪ੍ਰਕਾਰ ਦੀ ਸੋਚ ਰੱਖਦੇ ਹੋ ਕਿ ਮੌਸਮ ਚੰਗਾ ਆਊਗਾ। ਮੌਸਮ ਚੰਗਾ ਆਵੇ ਨਾ ਆਵੇ, ਆਪਣੇ ਜੀਵਨ ਤੇ ਗੌਰ ਕਰਕੇ ਆਪਣੀ ਆਤਮਿਕ ਲਾਈਫ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਸਰਦੀ ਆਏ, ਗਰਮੀ ਆਏ, ਮੌਸਮ ਚੰਗਾ ਆਏ ਜਾਂ ਆਏ ਨਾ ਆਏ, ਪਰ ਤੁਹਾਡਾ ਪ੍ਰੇਮ ਪਰਮੇਸ਼ਵਰ ਨਾਲ ਵੱਧਦਾ ਜਾਣਾ ਚਾਹੀਦਾ ਹੈ। ਤੁਹਾਡੀ ਪ੍ਰਾਰਥਨਾ ਲਗਾਤਾਰ ਵੱਧਦੀ ਜਾਣੀ ਚਾਹੀਦੀ ਹੈ। ਔਰ ਜੇ ਤੁਸੀਂ ਅੱਜ ਸ਼ੁਰੂ ਕੀਤਾ, ਜੇ ਤੁਸੀਂ ਆਤਮਿਕ ਬੀਜ ਅੱਜ ਬੀਜਣਾ ਸ਼ੁਰੂ ਕੀਤਾ, ਅਗਲੇ ਮਹੀਨੇ, ਅਗਲੇ ਸਾਲ, ਇਸੇ ਮਹੀਨੇ, ਇਸੇ ਹਫਤੇ ਤੁਸੀਂ ਵੱਢੋਗੇ। ਤੁਸੀਂ ਵੱਢੋਗੇ। ਔਰ ਜੇਕਰ ਤੁਸੀਂ ਸੋਚਦੇ ਰਹੋ ਕਿ ਮੈਂ ਅਗਲੇ ਹਫਤੇ ਪ੍ਰਾਰਥਨਾ ਸ਼ੁਰੂ ਕਰਾਂਗਾ, ਮੈਂ ਬਹੁਤ ਵਾਰੀ ਦੱਸਿਆ ਕਿ ਠੰਡ ਵਿੱਚ ਪਤਾ ਲੱਗਦਾ ਕਿਹੜੇ ਵਿਸ਼ਵਾਸੀ ਆ, ਕਿਹੜੇ ਅਸਲੀ ਵਿਸ਼ਵਾਸੀ ਤੇ ਕਿਹੜੇ ਨਕਲੀ ਵਿਸ਼ਵਾਸੀ ਹੈ। ਜਿਹੜੇ ਅਸਲੀ ਵਿਸ਼ਵਾਸੀ ਹੈ ਉਹ ਵੇਟ ਨਹੀਂ ਕਰਦੇ, ਇੰਤਜ਼ਾਰ ਨਹੀਂ ਕਰਦੇ ਕਿ ਮੌਸਮ ਚੰਗਾ ਆਊਗਾ ਫਿਰ ਅਸੀਂ ਪ੍ਰਾਰਥਨਾ ਕਰਾਂਗੇ। ਇਹ ਗਲਤ ਹੋ ਤੁਸੀਂ। ਤੁਹਾਡੇ ਘਰ ਦੇ ਵਿੱਚ ਇੱਕ ਕਮਰਾ, ਕੋਈ ਪਰਵਾਹ ਨਹੀਂ, ਬਸ ਤੁਸੀਂ ਬੀਜੋ, ਬਸ ਪ੍ਰਾਰਥਨਾ ਤੇ ਬਹਿ ਜਾਓ। ਵੇਟ ਨਾ ਕਰੋ ਕਿ ਸੂਰਜ ਨਿਕਲੇਗਾ, ਗਰਮੀ ਆਏਗੀ, ਫਿਰ ਪ੍ਰਾਰਥਨਾ ਸ਼ੁਰੂ ਕਰਾਂਗੇ। ਸ਼ੈਤਾਨ ਵੇਟ ਨਹੀਂ ਕਰ ਰਿਹਾ, ਉਹ ਲਗਾਤਾਰ ਤੁਹਾਨੂੰ ਬਰਬਾਦ ਕਰ ਰਿਹਾ ਔਰ ਤੁਸੀਂ ਸੋਚੀ ਜਾ ਰਹੇ ਹੋ। ਆਲਸ ਉੱਤੇ ਆਲਸ ਤੁਸੀਂ ਪਾਇਆ ਹੋਇਆ, ਢੀਠ ਬਣ ਕੇ ਤੁਸੀਂ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹੋ। ਆਪਣੇ ਜੀਵਨ ਤੇ ਗੌਰ ਕਰੋ, ਕਿੰਨਾ ਨੁਕਸਾਨ ਤੁਹਾਡਾ ਸ਼ੈਤਾਨ ਨੇ ਕੀਤਾ ਹੈ, ਕਿੰਨਾ ਤੁਹਾਡੇ ਘਰ 'ਚ ਬਰਬਾਦੀ ਕੀਤੀ ਹੈ ਔਰ ਤੁਸੀਂ ਵੇਟ ਕਰ ਰਹੇ ਹੋ। ਕਿੰਨਾ ਤੁਹਾਡਾ ਡਾਕਟਰਾਂ ਦੇ ਮੂੰਹ ਤੁਹਾਡਾ ਪੈਸਾ ਚਲਾ ਗਿਆ, ਕਿੰਨੀਆਂ ਬਿਮਾਰੀਆਂ ਤੁਹਾਡੇ ਜਿਸਮ 'ਚ ਪੈਦਾ ਹੋ ਗਈਆਂ, ਤੁਸੀਂ ਵੇਟ ਕਰ ਰਹੇ ਹੋ ਕਦੋਂ ਪ੍ਰਾਰਥਨਾ ਸ਼ੁਰੂ ਕਰੋਗੇ। ਪ੍ਰਾਰਥਨਾ ਇੱਕੋ ਹੀ ਚੀਜ਼ ਹੈ। ਪੌਲਸ ਤੇ ਸਲਾਸ ਅਗਰ ਸੋਚਦੇ ਨਾ ਕਿ ਦਿਨ ਚੜੇਗਾ ਤੇ ਫਿਰ ਪ੍ਰਾਰਥਨਾ ਕਰਾਂਗੇ ਤੇ ਕਦੀ ਆਜ਼ਾਦ ਨਹੀਂ ਹੋ ਸਕਦੇ। ਹੱਦਾਂ ਸੋਚਦੀ ਰਹਿੰਦੀ ਕਿ ਅੱਛਾ ਮੌਸਮ ਆਏਗਾ ਫਿਰ ਮੈਂ ਆਪਣੇ ਬੇਟੇ ਵਾਸਤੇ ਪ੍ਰਾਰਥਨਾ ਕਰਾਂਗੀ, तो कभी बेटा नहीं पा सकती। इसराइली लोग सोचते कि परमेश्वर ने सानू कहा कि दुध ते शहद दी नदियां विच मैं तुहाडी अंश नूं लैके जावांगा, पर अगे ते पित्तल दी दीवार आई है, हुण किवें टुटेगी, इहनूं कौन तोड़ेगा। उन्होंने इंतजार नहीं किया, उन्होंने प्रभु के वचन ते फोकस किया और वचन च लिखा उन्होंने जिवें परमेश्वर का हुक्म होया यहोशुआ नूं कि यहोशुआ डर मत, ये पित्तल दी दीवार नूं ना देख, ये रुकावटां नूं ना देख, अपने जिस्म नूं ना देख, हालातां नूं ना देख, जो मैं कह रहा उन्होंने करन दी कोशिश कर, बस मेरी महिमा कर, मेरी तारीफ कर और इस शहर के आले दुआले 7 चक्कर कट, महिमा कर, आराधना कर, स्तुति कर, ये पित्तल दी दीवार नूं ना देख। मैं तेरा परमेश्वर जो जोरावर परमेश्वर, रुकावटन तोड़ने वाला परमेश्वर, बंधन तोड़ने वाला परमेश्वर, बस तू जो मैं कह रहा वो करने की कोशिश कर। ता ये नेम दा संदूक, ये नेम दा संदूक और नेम दा संदूक याजक लोग चुके अगे अगे जा रहे थे और आराधना करने वाले लोग अगे अगे जा रहे थे। और जिवें उन्होंने पहला चक्कर लगाया,
हाँ एक गल होर देखो, कई वारी यकदम प्रार्थना तुहाडा असर नहीं करती। यकदम तुसीं प्रार्थना जिहड़ी करदे हो जां करवांदे हो ना, वो असर नहीं करती। पर ਇਹਦਾ मतलब ये नहीं कि उन्होंने वो बैठ गए आराम करके कि पित्तल की दीवार तो टुटी नहीं। पर प्रभु ने कहा 7 चक्कर कट्टियो। पहला चक्कर लगाया तो कई लोग थक के बह गए होणगे, हार के बह गए होणगे, निराश हो गए होणगे। पर वह निराश नहीं होए, क्या चलो चलो दूसरा चक्कर लगाइए। और जब दूसरा चक्कर लगाया दीवार फिर भी नहीं टुटी, कई लोग होर निराश हो गए। तीसरा चक्कर लगाया, चौथा चक्कर लगाया, पंजवा चक्कर लगाया, छेवां चक्कर लगाया, पर दीवार नहीं टुटी। पर बाइबल च लिखा जो 7वां चक्कर लगाया तो दीवार टुट के नाश हो गई। हालेलुया, दीवार टुट गई। और बाइबल च लिखा पित्तल की दीवार सी वो। जदों तक दीवार नहीं सी टुटदी, इसराइली लोग दुध ते शहद दी नदियां विच जा नहीं सकते, उस देश विच जा नहीं सकते जिथे परमेश्वर ने प्रतिज्ञा की हुई सी। और याद रखो तुहाडे वास्ते एक प्रोफेसी है, जिहड़े लोग इस साल दे विच प्रार्थना ते जोर मारनगे, जिहड़े लोग इस साल दे विच प्रार्थना उत्ते प्रार्थना करनगे, उन्हां दे सामने सारियां दीवारां जिहड़ियां ने वो टट के नाश होने वालियां ने, वो नाश होने वालियां ने। वो इस साल दे विच अपनी ब्लैसिंग, अपनी आशीषां नूं अपनी अखां दे विच नाल देखणगे, अपने परिवार की तरक्की देखणगे, अपने घर की तरक्की देखणगे, अपने कारोबार की तरक्की देखणगे। और जिहड़े तुहाडे विरोध विच ने, तुसीं उन्हां नूं प्यारां दी चौंकी विच देखोगे। ये प्रोफेसी है कलीसिया। इस करके इंतजार ना करो कि साडे वास्ते पास्टर जी प्रार्थना करनगे। हाँ पास्टर जी प्रार्थना कर दे, ये नहीं कि तुहाडा चरवाहा बहुत घट प्रार्थना करदा। मैं अपने जीवन नूं एक नेम बन्निया कि मैनू आराम बिस्तरे विच मिले ना मिले, पर बेसमेंट विच बह के प्रभु ना घट्टो घट 5 घंटे प्रेयर करनी है, उस तो बाद मैनू चैन आंदा। एक पक्का विश्वासी, एक धर्मी, एक संत दी इहो ही इच्छा है। और परमेश्वर भी इहो चाहता है कि तुहाडा रिलेशन परमेश्वर ना होवे। जिन्ना तुसी परमेश्वर के करीब आओगे। मैं पिंड बागड़ी में एक दिन प्रचार कर रहा सी, परमेश्वर चाहता है परमेश्वर के नेड़े आओ तो वह तुहाडे नेड़े, परमेश्वर के नेड़े आओ तो वह तुहाडे नेड़े आवेगा। परमेश्वर तद तुहाडे नेड़े आएगा, तद तुहाडी जिंदगी विच आएगा, तुहाडे घर दे विच आएगा, तेरी लाइफ दे विच आएगा, तेरे बिजनेस विच आएगा, तेरे करैक्टर दे विच आएगा, जा तू ओदे नेड़े आवेगा। जा तू ओदे नेड़े आएगा तद वो अपना कदम तेरे वाल पुटेगा। मत सोचो कि पहला परमेश्वर साडे वाल आवे, सानू ब्लैसिंग करे, सानू ये देवे, सानू ओ देवे, तद असी प्रार्थना करांगे। नेवर। पहले तुहानू कदम पुटना पवेगा, पहले परमेश्वर तुहाडे दे करीबी जाना पेगा। जा तुसी एक कदम पुटोगे तो 10 कदम परमेश्वर आएगा। 10 कदम 10 कदम परमेश्वर तुहाडे वाल आएगा। पर जेकर तुसी 1 कदम पिछे हटोगे ना तो परमेश्वर 10 कदम पिछे जाएगा। इसे करके कलीसिया आज दा वचन तुहाडियां जिंदगियां नू पूरी तरह चेंज करेगा। और मैं चाहता कि तुहाडा आज दा वचन सुन के तुहाडा प्रार्थना दा लेवल उच्चा जाए, तुहाडी ब्लैसिंग उच्ची जाए, तुहाडी आशीष उच्ची जाए, तुहाडी सामर्थ उच्ची जाए। तुसी वरदाना ना परो, अभिषेक ना परो, मसे ना परो, और तुहाडियां खाली जिंदगियां अभिषेक नाल, जलाल नाल, सामर्थ नाल, अभिषेक नाल भर जान। ये परमेश्वर चाहता है। एक वचन पढ़िए, उत्थे तुहाडी प्रार्थना का उत्तर मिलेगा। पढ़िए एक वचन, पहला करंथियां ओदा 3 अध्याय ओदा 8 वचन। कोई जन अपनी अपनी बाइबल तो नोट करो, घर जाके जरूर पढ़ियो। पहला करंथियां ओदा 3 अध्याय ओदा 8 वचन पढ़िए। कोई जन जिन्हें मिल गया शाबाश। पहला करंथियां ओदा 3 अध्याय
ਉਹਦਾ 8 ਵਚਨ ਕੋਈ ਜਨ ਸਾਫ਼ ਪੜੇ ਮਾਈਕ ਦੇ ਅੰਦਰ। ਲਾਉਣ ਵਾਲਾ ਅਤੇ ਸਿੱਝਣ ਵਾਲਾ ਦੋਵੇਂ ਇੱਕ ਹਨ, ਪਰ ਹਰੇਕ ਆਪਣੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ। ਹਾਂ, ਰੱਬ ਦੀ ਦਾਸੀ ਪੜੇ। ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ। ਲਾਉਣ ਵਾਲਾ ਔਰ ਸਿੰਜਣ ਵਾਲਾ ਦੋਨੇ ਇੱਕ ਹੀ ਹਨ। ਹਾਂਜੀ, ਪਰ ਹਰੇਕ ਪਿੱਛੇ ਬੋਲੋ ਸਭ ਜਨ। ਪਰ ਹਰੇਕ ਹਾਂਜੀ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ। ਕੀ ਪਾਊਗਾ? ਫਲ। ਬੋਲੋ ਕਲੀਸਿਆ, ਕੀ ਪਾਊਗਾ? ਫਲ ਪਾਏਗਾ। ਕੀ ਪਾਊਗਾ? ਫਲ ਪਾਏਗਾ। ਅੱਜ ਨਹੀਂ ਮਿਲਿਆ ਤੇ ਕੱਲ ਕੀ ਪਾਊਗਾ? ਫਲ ਪਾਏਗਾ। ਇਸ ਮਹੀਨੇ ਨਹੀਂ ਮਿਲਿਆ ਤੇ ਅਗਲੇ ਮਹੀਨੇ ਕੀ ਪਾਊਗਾ? ਫਲ ਪਾਵੇਗਾ ਜ਼ਰੂਰ। ਆਮੇਨ। ਅਸੀਂ ਮੁਰਦੇ ਦੀ ਪਰਮੇਸ਼ਰ ਦੀ ਹਜ਼ੂਰੀ ਦੀ ਉਪਾਸਨਾ ਨਹੀਂ ਕਰਦੇ। ਅਸੀਂ ਮੁਰਦੇ ਦੇ ਬੱਚੇ ਨਹੀਂ, ਅਸੀਂ ਜਿਉਂਦੇ ਪਰਮੇਸ਼ਰ ਦੇ ਬੱਚੇ ਹਾਂ। ਔਰ ਜੋ ਆਪਣੇ ਬੱਚਿਆਂ ਨੂੰ ਮਿਹਨਤ ਦਾ ਫਲ ਦੇਣ ਦੀ ਤਾਕਤ ਰੱਖਦਾ ਹੈ, ਅਸੀਂ ਉਸ ਪਰਮੇਸ਼ਰ ਦੇ ਬੱਚੇ ਹਾਂ। ਕਲੀਸਿਆ, ਪਰ ਆਪਣੀ ਪ੍ਰਾਰਥਨਾ ਉੱਤੇ, ਆਪਣੀ ਭਗਤੀ ਉੱਤੇ ਗੌਰ ਕਰੋ। ਆਪਣੀ ਪ੍ਰਾਰਥਨਾ ਉੱਤੇ, ਆਪਣੀ ਭਗਤੀ ਉੱਤੇ ਬਸ ਗੌਰ ਕਰੋ। ਔਰ ਜਿਹੜਾ ਇਸ ਮੂਲ ਮੰਤਰ ਨੂੰ ਸਮਝ ਗਿਆ, ਉਹ ਸਮਝ ਲਓ 100% ਬਲੈਸਡ ਹੋ ਗਿਆ। 100% ਬਲੈਸਡ ਹੋ ਗਿਆ। ਕੱਲ ਦੀ ਵੇਟ ਨਾ ਕਰੋ, ਅਗਲੇ ਹਫਤੇ ਵੇਟ ਨਹੀਂ ਕਰੋ, ਚੰਗੇ ਮੌਸਮ ਦੀ ਵੇਟ ਨਾ ਕਰੋ, ਪਰਮੇਸ਼ਰ ਦੀ ਸਾਮਰਥ ਦੀ ਵੇਟ ਕਰੋ ਬਸ। ਪਰ ਉਹ ਸਾਮਰਥ ਕਦੋਂ ਖੁੱਲਦੀ ਹੈ? ਕਦੋਂ ਅਭਿਸ਼ੇਕ ਖੁੱਲਦਾ ਹੈ? ਕਦੋਂ ਮਸਾ ਤੁਹਾਡੀਆਂ ਜ਼ਿੰਦਗੀਆਂ ਤੇ ਖੁੱਲਦਾ ਹੈ? ਇਹ ਨਾ ਸੋਚੋ ਪਹਿਲੇ ਮੇਰੀ ਬੇਟੀ ਸੁਧਰੇ, ਪਹਿਲੇ ਮੇਰਾ ਪਤੀ ਸੁਧਰੇ, ਪਹਿਲੇ ਮੇਰੇ ਘਰ ਵਾਲਾ ਸੁਧਰੇ, ਮੇਰੀ ਘਰ ਵਾਲੀ ਸੁਧਰੇ, ਮੇਰੇ ਘਰ ਦੇ ਚੰਗੇ ਹਾਲਾਤ ਹੋਣ, ਫਿਰ ਮੈਂ ਪਾਸਟਰ ਜੀ ਪ੍ਰਾਰਥਨਾ ਕਰਾਂਗਾ। ਨਹੀਂ, ਏਦਾਂ ਨਹੀਂ ਹੋਣਾ। ਜਦ ਤੂੰ ਪ੍ਰਾਰਥਨਾ ਕਰਨੀ ਹੈ, ਤੇਰੇ ਘਰ ਨੂੰ ਆਪਣੇ ਆਪ ਪ੍ਰਭੂ ਨੇ ਸੁਧਾਰਨਾ ਹੈ। ਜਦ ਤੂੰ ਪ੍ਰਾਰਥਨਾ ਕਰਨੀ ਹੈ, ਤੇਰੀ ਬੇਟੀ, ਤੇਰੇ ਬੇਟੇ, ਤੇਰੇ ਪਤੀ, ਤੇਰੀ ਪਤਨੀ ਦੇ ਵਿੱਚ ਪਰਮੇਸ਼ਰ ਨੇ ਆਪਣੇ ਆਪ ਕੰਮ ਕਰਨਾ ਹੈ। ਤੇਰਾ ਕੰਮ ਹਾਲਾਤਾਂ ਨੂੰ ਸੁਧਾਰਨਾ ਨਹੀਂ ਹੈ। ਤੇਰਾ ਕੰਮ ਤੇਰੇ ਪਤੀ ਨੂੰ ਸੁਧਾਰਨਾ ਨਹੀਂ ਹੈ। ਤੇਰੀ ਬੇਟੀ ਨੂੰ ਸੁਧਾਰਨਾ ਤੇਰਾ ਕੰਮ ਨਹੀਂ ਹੈ। ਤੇਰੀ ਬੇਟੀ ਨੂੰ, ਤੇਰੇ ਬੇਟੇ ਨੂੰ, ਤੇਰੀ ਪਤੀ ਨੂੰ, ਤੇਰੀ ਪਤਨੀ ਨੂੰ ਸੁਧਾਰਨਾ ਤੇਰਾ ਕੰਮ ਨਹੀਂ ਹੈ। ਤੇਰਾ ਕੰਮ ਮਿਹਨਤ ਕਰਨਾ। ਔਰ ਜਦ ਤੂੰ ਮਿਹਨਤ ਕਰੇਗਾ, ਤੈਨੂੰ ਫਲ ਨਜ਼ਰ ਆਏਗਾ। ਤੈਨੂੰ ਫਲ ਨਜ਼ਰ ਆਏਗਾ। ਵਚਨ 'ਚ ਲਿਖਿਆ ਹੈ, ਆਪੋ ਆਪਣੀਆਂ ਮਿਹਨਤਾਂ ਦੇ ਅਨੁਸਾਰ ਉਹ ਫਲ ਪਾਏਗਾ। ਔਰ ਪ੍ਰਕਾਸ਼ ਦੀ ਪੋਥੀ 22 ਅਧਿਆਇ 14 ਵਚਨ 'ਚ ਲਿਖਿਆ, ਫਲ ਮੇਰੇ ਕੋਲ ਹੈ। फल की है? प्रभु यीशु ने कहा फल मेरे कोल है। जब मेरी बेटी, मेरे बेटे, मेरी कलीसिया, मेरे दास, मेरी दासी, जब तू प्रार्थना का बीज बीजेगा, फल मैं उगावांगा। तेरिया मेहनतां दे अनुसार तैनूं फल दवांगा, तैनूं मैं फल दवांगा। जब तुसी किसी सामर्थ पाए इंसान नूं वेखदे हो, तुसी देखदे इहदे विच बड़ी सामर्थ, पर जिहड़ी उन्हें ज्यादा प्रार्थना की, तुसीं घट प्रार्थना की, फर्क इन्ना ही है। किसे वाल वेखण दी बजाय अपने आप वाल वेखो। परमेश्वर किसे वाल वेखण दी जरूरत नहीं, अपने आप वाल वेखो। सब उत्ते वचन च लिखिया, पापियां उत्ते मींह पैंदा, धर्मियां दे उत्ते मींह पैंदा। पर इहो ही जिहड़े खुले स्थान दे विच आंदा, उहदे उत्ते ज्यादा मींह पैंदा। इस करके बाइबल च लिखिया, अपनियां अपनियां मेहनतां दे अनुसार वो फल पाएगा। बोल हालेलुया। नंबर 1, आज तो बाद तुसी प्रार्थना ज्यादा तो ज्यादा शुरू करनी है। हाथ उठाओ जेड़े आज तो बाद एक नवा डिसीजन, एक नवा फैसला लेंगे। हाथ उठाओ। कुछ भी हो जाए, सर्दी आ जाए, ठंड आ जाए, गर्मी आ जाए, बरसात आ जाए, पर प्रार्थना आज तो बाद मैं बढ़ानी है। प्रार्थना दे विच मैं ज्यादा बैठना है, ज्यादा प्रभु नाल बैठना है, अपने प्रभु नाल ज्यादा बैठना है। हाथ उठाओ, उच्ची आवाज नाल बोलो, प्रभु यीशु मसीह, मैं फैसला करदा हां, मैं फैसला करदी हां, आज तो बाद मैं प्रार्थना दा योद्धा बनांगा। और जैसे तू चाहना है
जैसे तुसी प्रभु चाहते हो ऐसा दी भगती लाइफ मैं बतीत करांगा, ऐसा फल तन्नू दवांगा। हाथ उठा के 7 बारी हालेलुया बोल दियो, जोर से कलीसिया, जोर से कलीसिया, जोर से, जोर से। आमीन। नंबर 1 बीजना की है? प्रार्थना। प्रार्थना वध गई, तुहाडी आशीष डेफिनेटली वधेगी। प्रार्थना वधेगी, छुटकारा चंगियाई अपने आप ही वधेगा। प्रार्थना वधेगी, तुहाडे जीवन दे विच सामर्थ अपने आप ही पैदा होएगी। जदों प्रार्थना वधी, घर दे विच ऑटोमैटिकली सुधार होना शुरू होएगा। जदों प्रार्थना होनी शुरू हुई, अपने आप तुहाडे घर दे विच, तुहाडी जिंदगी दे विच एंजल जिहड़े ने वो लगातार काम करनगे। जिथे ज्यादा प्रार्थना, जिथे ज्यादा प्रार्थना उत्थे ज्यादा सामर्थ। अगर तुसी चाहुंदे हो कि मेरा परमेश्वर मेरे जिंदगी दे विच जल्दी काम करे और ज्यादा काम करे, दूजियां नालों ज्यादा डिफरेंट काम करो, तो फिर अपनी भगती वाल गौर करो और आज तो बाद ज्यादा प्रार्थना शुरू करो। आ जिहड़े कह रहे ने 5 मिनट प्रार्थना नाल, वो अपने आप नूं धोखा दे रहे ने, प्रभु नूं ठट्ठियां विच उडा रहे ने। मैं तो एक गल होर सोचदा, जिहड़े घंटा भी प्रार्थना करदे वो भी ठट्ठियां विच उडा रहे ने। 1 घंटा प्रार्थना भी घट्टो घट अपनी जिंदगी दे विच 2.5 घंटे प्रेयर रोज करो। 2.5 घंटे प्रेयर करो। ठट्ठियां विच ना उडाओ परमेश्वर नूं, ठट्ठियां दे विच ना उडाओ ते थल्ले नूं ना आओ। पिछली बारी तुसीं एक वचन सुने सी, प्रभु कह रहा वेख तू कित्थों डिग्गा है, देख तू कित्थों डिग्गा है, मैनू तेरे उत्ते गिला है, मैनू तेरे उत्ते गुस्सा भी है। गिले का मतलब गुस्सा, मैनू तेरे उत्ते बड़ा गुस्सा है कि तू अपना पहला प्रेम छड्ड, तू अपना पहला प्रेम छड्ड बैठा है। मैनू तेरे उत्ते बड़ा गुस्सा गिला है, तू अपना पहला प्रेम की है छड्ड बैठा है। याद रखो परमेश्वर दे प्यारे लोगो, वचन च लिखिया परमेश्वर का गुस्सा अन आग्याकारी पुत्रां दे उत्ते क्रोध बनया रहिंदा है। जिहड़े अन आग्याकार लोक ने, कई बारी तुसीं 10 हुक्म सुने हो ना, किसी नूं 10 हुक्म आउंदे आउंदे किसी नूं? तू मूरत अगे मत्था ना टेक, तू अपने माता पिता की आग्याकारी कर, तू 6 दिन काम कर तो 7वें दिन चर्च में आए, परमेश्वर के हुक्म है ना। तू झूठी गवाही ना दे, तू अपने गवांढी की तीमी की लालसा ना कर। ये 10 हुक्म है कि नहीं? असी सिर्फ इन्ने की याद करते, अगे सानू पता नहीं गा। पर जिहड़ी 10वां हुक्मां नूं चलांदी है ना, 10वां हुक्मां नूं एक हुक्म चलांदा, वो ये है जागदे रहो, जागदे रहो ते सचेत रहो ते प्रार्थना करदे रहो। ये सब तो बड़ा परमेश्वर का हुक्म है। ये परमेश्वर का सब तो बड़ा हुक्म है कि प्रार्थना करदे रहो। जे तुहाडे जीवन च प्रार्थना ते मतलब तुहाडे जिंदगी दे विच परमेश्वर सारे हुक्मां नूं चलाउण वास्ते सामर्थ बख्शदा है, सारे हुक्मां नूं चलाउण वास्ते सामर्थ बख्शदा है। और सिर्फ प्रार्थना ये नहीं कि तुहानूं ब्लैस करदी है, प्रार्थना तुहाडीआं पीढ़ियां नूं ब्लैस कर दिंदी है। प्रार्थना तुहाडे पति नूं बदलदी है, प्रार्थना तुहाडे जीवन नूं बदलदी है, प्रार्थना तुहाडे घर नूं बदलदी है, प्रार्थना तुहाडे नगर नूं बदलदी है। ते परमेश्वर प्रार्थना करने वाले लोगों नूं अपने नगर दे विचों उच्चा करता है। बोला हालेलुया, बोला हालेलुया, हालेलुया। हुण ध्यान नाल सुनिए, दूसरी चीज असी की बीजना है? पहले नंबर ते असी प्रार्थना बीजना है। प्रार्थना का बीज जिन्ना तुसी बीजोगे, हुणे असी पढ़िया जिहड़ा घट बीजदा सो घट ही, जिहड़ा घट बीजदा वो घट ही, जिहड़ा घट प्रार्थना ओदी चंगियाई लेट, ओदी बरकत लेट, ओदी आशीष लेट, ओदा सब कुछ लेट ही लेट है। पर जिहड़ा ज्यादा बीजना शुरू हो गया, मैं जो प्रेयर करदा कई बार मेरा शरीर कहता बस कर, हुण तेरा मुंह सुक गया, तेरे घुटने थक गए, तू बस कर।
मैं अपने शरीर ਨੂੰ ਫੇਰ ਡਾਂਟਦਾ ਨਹੀਂ। ਅਜੇ ਕਲਮੇ ਜ਼ਬੂਰ ਨੂੰ 4 ਵਾਰੀ ਪੜਨਾ ਹੈ, ਅਜੇ ਜ਼ਬੂਰ 103 ਨੂੰ 100 ਵਾਰੀ ਪੜਨਾ। ਮੈਂ ਇਦਾਂ ਨਾ ਸੋਚਦਾ ਕਿ ਇਦਾਂ ਮੈਂ ਪੜਦਾ ਜ਼ਿਆਦਾ ਤੋਂ ਜ਼ਿਆਦਾ ਬੋਲਦਾ ਆਪਣੇ ਮੂੰਹ ਦੇ ਵਿੱਚ ਵਚਨ। ਇਸ ਕਰਕੇ ਸੰਤ ਪੌਲਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾ ਔਰ ਕੁੱਟਦਾ ਤੇ ਆਪਣੇ ਵਸ ਵਿੱਚ ਇਹ ਸਰੀਰ ਭੱਜੇਗਾ, ਘੋੜੇ ਵਾਂਗੂ ਭੱਜੇਗਾ, ਪਰ ਇਹਨੂੰ ਕੰਟਰੋਲ ਕਰੋ। ਇਹ ਅੱਖ ਕੰਟਰੋਲ ਕਰੋ, ਇਹ ਦਿਲ ਕੰਟਰੋਲ ਕਰੋ। ਇਹ ਭਗਤੀ ਤੋਂ ਬਚ ਕੇ ਭੱਜਦਾ, ਇਹ ਪਵਿੱਤਰਤਾ ਤੋਂ ਬਚ ਕੇ ਭੱਜਦਾ, ਇਹ ਗਲਤ ਸੰਗਤੀ ਵੱਲ ਜ਼ਿਆਦਾ ਭੱਜਦਾ। ਪਰਮੇਸ਼ਰ ਦਾ ਦਾਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾ ਹਾਂ, ਮੈਂ ਆਪਣੇ ਸਰੀਰ ਨੂੰ ਕੁੱਟਦਾ ਹਾਂ ਤੇ ਇਹਨੂੰ ਵਸ ਵਿੱਚ ਕਰਦਾ। ਬੋਲ ਹਾਲੇਲੂਇਆ, ਹਾਲੇਲੂਇਆ। तो दूसरी चीज जो ਅਸੀਂ करनी है, दूसरी चीज जो करनी है वो है वफादारी। ਉੱਚੀ ਆਵਾਜ਼ ਨਾਲ ਬੋਲੀਏ ਵਫਾਦਾਰੀ। ਕਿਸੇ ਨੂੰ ਆਤਮਾ ਦੇ ਫਲ ਆਂਦੇ, ਪਹਿਲਾ ਫਲ ਕੀ, ਦੂਸਰਾ, ਤੀਸਰਾ ਤੇ ਚੌਥਾ, 9 ਫਲ ਵਾ ਨਾ। ਇੱਕ ਫਲ ਆ ਉਹਦੇ ਵਿੱਚ ਵਫਾਦਾਰੀ। ਕੀ ਬੋਲੋ, ਕਿਹੜੀ? ਇਹ ਵੀ ਆਤਮਾ ਦਾ ਫਲ ਹੈ। ਰੁੱਖ ਦੀ ਪਹਿਚਾਨ ਕਿੱਥੋਂ ਹੁੰਦੀ ਹੈ? ਫਲ ਤੋਂ ਹੁੰਦੀ ਹੈ ਨਾ। ਤੇ ਪਵਿੱਤਰ ਆਤਮਾ ਦੇ ਵੀ ਫਲ ਹੈ। ਜਿਸ ਇਨਸਾਨ ਦੇ ਵਿੱਚ ਪਵਿੱਤਰ ਆਤਮਾ, ਉਹਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ, ਉਹਦੇ ਕੱਪੜੇ ਤੇ ਨਹੀਂ ਲਿਖਿਆ ਹੁੰਦਾ, ਤੁਹਾਡੇ ਮੱਥੇ ਉੱਤੇ, ਤੁਹਾਡੇ ਹੱਥ ਉੱਤੇ ਨਹੀਂ ਲਿਖਿਆ ਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ। ਤੁਹਾਡੇ ਸਰੀਰ ਦੇ ਕਿਸੇ ਅੰਗ ਤੇ ਨਹੀਂ ਲਿਖਿਆ ਕਿ ਤੁਹਾਡੇ ਅੰਦਰ ਪਵਿੱਤਰ ਆਤਮਾ। ਪਰ ਪਹਿਚਾਨ ਕਿੱਥੋਂ ਹੁੰਦੀ ਹੈ? ਫਲਾਂ ਤੋਂ। ਬੋਲੋ, ਕਦ ਤੋਂ ਹੁੰਦੀ ਹੈ ਪਹਿਚਾਨ? ਮੰਨ ਲਓ ਮੈਂ ਗੈਰ ਜ਼ਬਾਨ ਬੋਲਾਂ ਜਾਂ ਤੁਸੀਂ ਗੈਰ ਜ਼ਬਾਨ ਬੋਲੋ, ਤੇ ਕਈ ਵਾਰੀ ਦੁਸ਼ਟ ਆਤਮਾ ਵੀ ਗੈਰ ਜ਼ਬਾਨ ਬੋਲਦਾ, ਪਰ ਪਹਿਚਾਨ ਕਿੱਥੋਂ ਹੁੰਦੀ ਹੈ ਕਿ ਪਵਿੱਤਰ ਆਤਮਾ ਨਾਲ ਤੁਸੀਂ ਭਰੇ ਹੋ? ਤੁਹਾਡੇ ਫਲਾਂ ਤੋਂ ਪਤਾ ਲੱਗਦਾ। ਕਿੱਥੋਂ ਪਤਾ ਲੱਗਦਾ? ਬੋਲੋ, ਕਿੱਥੋਂ ਪਤਾ ਲੱਗਦਾ? ਫਲਾਂ ਤੋਂ। ਤੇ ਵਫਾਦਾਰੀ ਪਵਿੱਤਰ ਆਤਮਾ ਦਾ ਜਿਹੜਾ ਹੈ ਉਹ 7ਵਾਂ ਫਲ ਹੈ। ਕਿਹੜਾ? ਵਫਾਦਾਰੀ ਜਿਹੜਾ ਹੈ ਉਹ ਆਤਮਾ ਦਾ ਫਲ ਹੈ। ਔਰ ਜਦੋਂ ਤੁਸੀਂ ਵਫਾਦਾਰ ਬਣ ਕੇ ਰਹਿੰਦੇ ਹੋ, ਪਤਾ ਲੱਗਦਾ ਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਸਾਮਰਥ ਹੈ। ਬੋਲੋ ਹਾਲੇਲੂਇਆ। ਹੁਣ ਧਿਆਨ ਨਾਲ ਸੁਣੀਏ। एलिया और अलीशा कौन सी? एलिया परमेश्वर दा अभिषिक्त दास सी, और जेड़ा अलीशा सी ओदा चेला सी। है सी कि नहीं? है सी कि नहीं? और एलिया ने अलीशा नूं निचोड़ के देखिया। सामर्थ पान तो पहला, बल पान तो पहला, और जेड़ा एलिया दे उत्ते मसा सी ਉਹ ਦੇਣ ਤੋਂ ਪਹਿਲਾਂ ਪਵਿੱਤਰ ਆਤਮਾ ਨੇ ਕਿਹਾ ਅਲੀਸ਼ਾ ਨੂੰ ਪਰਖਲਾ, ਪਹਿਲੇ ਨੂੰ ਪਰਖਲਾ। ਔਰ ਏਲੀਆ ਨੇ ਪਰਖਿਆ। ਏਲੀਆ ਨੂੰ ਪਤਾ ਸੀ ਅੱਜ ਮੈਂ ਕਿੱਥੇ ਜਾਣ ਵਾਲਾ ਹਾਂ? ਸਵਰਗ ਦੇ ਵਿੱਚ ਜਾਣ ਵਾਲਾ ਹਾਂ। ਔਰ ਉਸ ਤੋਂ ਪਹਿਲਾਂ ਏਲੀਆ ਨੇ ਅਲੀਸ਼ਾ ਨੂੰ ਪਰਖ ਲਿਆ ਚੰਗੀ ਤਰ੍ਹਾਂ, ਔਰ ਉਹਨੇ ਕਿਹਾ ਮੈਂ ਗਿਲਗਾਦ ਨੂੰ ਜਾ ਰਿਹਾ ਹਾਂ, ਤੂੰ ਇੱਥੇ ਠਹਿਰ ਜਾ। मैं जरीहो नूं जा रहा, तू इत्थे ठहर जा। मैं नबियां दे पुत्रां दे कोल जा रहा, तू इत्थे ठहर जा। ते अलीशा दे मूंह चों इक्को ही शब्द निकलदा सी, तेरी जिंद दी सौं, यहोवा परमेश्वर दी सौं, मैं तेरा साथ है, मैं तेरा साथ है, मैं तेरा साथ। एलिया तेरी जिंद दी सौं, तेरे परमेश्वर दी सौ, तेरा साथ मैं नहीं छड्डांगा। उच्ची आवाज में बोलो वफादारी, बोलो वफादारी, बोलो वफादारी। हाँ, दुआ करनी आ गई, बाइबल पढ़नी आ गई, प्रचार करना आ गया, गवाही देनी आ गई, सब चीज़ां ही आ गई, घर च आशीष भी आ गई, पर वफादारी नहीं आई। पर वफादारी,
ਵਫਾਦਾਰੀ ਨਹੀਂ ਆਈ। ਫਿਰ ਵਫਾਦਾਰੀ ਨਹੀਂ ਆਈ ਤੇ ਇਹਦਾ ਮਤਲਬ ਕੁਝ ਵੀ ਨਹੀਂ ਆਇਆ। ਅਲੀਸ਼ਾ ਦੇ ਜੀਵਨ 'ਚ ਵਫਾਦਾਰੀ ਸੀ ਔਰ ਏਲੀਆ ਨੇ ਉਹਨੂੰ ਪਰਖਿਆ, ਕਹਿਣ ਲੱਗਾ ਨਹੀਂ ਤੇਰੀ ਜਿੰਦ ਦੀ ਸਹੁੰ ਅਲੀਸ਼ਾ, ਏਲੀਆ ਤੇਰੀ ਜਿੰਦ ਦੀ ਸਹੁੰ ਤੇ ਤੇਰੇ ਪਰਮੇਸ਼ਵਰ ਦੀ ਵੀ ਸਹੁੰ, ਤੇਰਾ ਸਾਥ ਮੈਂ। ਬੋਲ ਹਾਲੇਲੂਇਆ। ਲਾਸਟ ਤੱਕ ਜਦੋਂ ਤੱਕ ਏਲੀਆ ਸਵਰਗ ਵਿੱਚ ਨਹੀਂ ਗਿਆ, ਜਦੋਂ ਤੱਕ ਏਲੀਆ ਸਵਰਗ ਵਿੱਚ ਨਹੀਂ ਗਿਆ, ਉਹਨੇ ਆਪਣੇ ਚਰਵਾਹੇ ਨੂੰ ਛੱਡਿਆ ਕਿ ਨਹੀਂ? ਛੱਡ ਦਿੱਤਾ, ਛੱਡ ਦਿੱਤਾ, ਤਿਆਗ ਦਿੱਤਾ। ਔਰ ਲਾਸਟ ਹੁਣ ਏਲੀਆ ਜਰਦਨ ਨੂੰ ਕੀ ਕਰਨ ਜਾ ਰਿਹਾ ਸੀ? ਏਲੀਆ ਜਰਦਨ ਨੂੰ ਕੀ ਲੈਣ ਜਾ ਰਿਹਾ ਸੀ? ਏਲੀਆ ਲਾਸਟ ਇੱਕ ਪ੍ਰੀਖਿਆ ਸੀ ਅਲੀਸ਼ਾ ਦੇ ਅੱਗੇ ਕਿ ਹੁਣ ਜਰਦਨ ਦਰਿਆ ਆ ਗਿਆ ਤੇ ਇੰਨਾ ਡੂੰਘਾ ਦਰਿਆ, ਇੰਨੀ ਨੀਵੀਂ ਜਗ੍ਹਾ ਤੇ ਬੜਾ ਡੂੰਘਾਈ ਵਾਲਾ, ਬਹੁਤ ਡੂੰਘਾ ਦਰਿਆ। ਹੁਣ ਉੱਥੇ ਦੋਨੇ ਖੜੇ ਹੋ ਗਿਆ ਤੇ ਫਿਰ ਕਿਹਾ ਕਿ ਤੂੰ ਛੱਡ ਮੈਨੂੰ। ਕਹਿਣ ਲੱਗਾ ਨਹੀਂ ਨਹੀਂ ਏਦਾਂ ਨਹੀਂ ਹੋਣਾ ਏਲੀਆ, ਏਦਾਂ ਨਹੀਂ ਹੋਣਾ। ਤੇਰੇ ਪਰਮੇਸ਼ਵਰ ਦੀ ਸਹੁੰ, ਤੇਰੀ ਵੀ ਜਿੰਦ ਦੀ ਸਹੁੰ, ਭਾਵੇਂ ਜਰਦਨ ਦਰਿਆ ਵੀ ਆ ਗਿਆ ਨਾ, ਹੁਣ ਤੇਰਾ ਸਾਥ ਮੈਂ। ਇੱਕ ਬਾਈਬਲ ਦੇ ਵਿੱਚ ਇੱਕ ਨੌਜਵਾਨ ਲੜਕੀ, ਇੱਕ ਬਾਈਬਲ ਦੇ ਵਿੱਚ ਇੱਕ ਨੌਜਵਾਨ ਲੜਕੀ, ਕੋਈ ਦੱਸ ਸਕਦਾ? ਉਹਦੇ ਨਾਂ ਦਾ ਮਤਲਬ ਹੀ ਵਫਾਦਾਰ ਹੈ। ਉਹਦੇ ਨਾਮ ਦਾ ਮਤਲਬ ਹੀ ਵਫਾਦਾਰ ਹੈ। ਸਾਰੇ ਬੋਲੋ ਰੂਥ, ਸਾਰੇ ਬੋਲੋ ਰੂਥ, ਸਾਰੇ ਬੋਲੋ ਰੂਥ, ਸਾਰੇ ਬੋਲੋ ਰੂਥ। ਜਦੋਂ ਉਹਦਾ ਪਤੀ ਮਰ ਗਿਆ ਔਰ ਨਿਓਮੀ ਉਹਦੀ ਸੱਸ ਕਹਿਣ ਲੱਗੀ ਕਿ ਬੇਟੀ ਚਲ ਜਾ, ਤੂੰ ਨੌਜਵਾਨ, ਸ਼ਾਦੀ ਕਰਵਾ ਲਾ ਹੋਰ। ਉਹ ਕਹਿਣ ਲੱਗੀ ਮਾਂ ਇਹ ਕਿਹੜੀ ਗੱਲਾਂ ਕਰਨ ਡਈ ਹੈ? ਮੈਂ ਹੁਣ ਸਿੱਖ ਲਿਆ, ਮੈਂ ਹੁਣ ਜਾਣ ਗਈ ਕਿ ਜਿਹੜਾ ਤੇਰਾ ਪਰਮੇਸ਼ਰ ਹੈ ਨਾ, ਉਹ ਅੱਜ ਤੋਂ ਬਾਅਦ ਹੁਣ ਮੇਰਾ ਪਰਮੇਸ਼ਰ ਹੋਏਗਾ। ਜਿਹੜੇ ਤੇਰੇ ਲੋਕ ਹਨ ਮਾਂ, ਜਿਹੜੇ ਤੇਰੇ ਲੋਕ ਆ ਅੱਜ ਤੋਂ ਬਾਅਦ ਹੁਣ ਮੇਰੇ ਲੋਕ ਹੋਣਗੇ। ਤੇ ਜਿਹੜਾ ਤੇਰਾ ਪਰਮੇਸ਼ਰ ਆ ਹੁਣ ਅੱਜ ਤੋਂ ਬਾਅਦ ਉਹੀ ਮੇਰਾ ਪਰਮੇਸ਼ਰ ਹੈ। ਹੁਣ ਮੈਂ ਗੂੰਗੀਆਂ, ਬੋਲੀਆਂ, ਮੂਰਤੀਆਂ, ਮਬਾਬ ਦੇ ਮੂਰਤੀਆਂ ਵੱਲ ਨਹੀਂ ਮੁੜਨਾ। ਹੁਣ ਮੈਂ ਜਿੱਥੇ ਤੂੰ ਮਰੇਗੀ ਹੁਣ ਉੱਥੇ ਮੈਂ ਮਰਾਂਗੀ। ਇੱਕ ਦਿਨ ਇੱਕ ਭੈਣ ਜੀ ਮੈਨੂੰ ਕਹਿਣ ਲੱਗੀ ਸ਼ਹਿਰਪੁਰ ਤੋਂ, ਕਹਿੰਦੀ ਪਾਸਟਰ ਜੀ ਗੱਲ ਦੱਸਾਂ, ਹੁਣ ਤੇ ਜਦੋਂ ਮੌਤ ਹੀ ਸਾਨੂੰ ਅੱਡ ਕਰੇਗੀ ਨਾ ਕਿਤੇ, ਹੁਣ ਸਾਨੂੰ ਮੌਤ ਹੀ ਕਿਤੇ ਅੱਡ ਕਰੇਗੀ ਤੇ ਫਿਰ ਇਹ ਤੁਹਾਡਾ ਚਰਚ ਛੱਡਾਂਗੇ। ਮੈਂ ਹੈ ਐਡਾ ਜ਼ਬਰਦਸਤ ਪ੍ਰਤਿਗਿਆ। ਕਹਿੰਦੀ ਹੁਣ ਕਿਤੇ ਰੱਬ ਹੀ ਮੈਨੂੰ ਚੁੱਕੂਗਾ ਨਾ, ਫੇਰ ਹੀ ਮੈਂ ਤੁਹਾਨੂੰ ਤੁਹਾਡੇ ਭਵਨ ਨੂੰ ਛੱਡਾਂਗੀ। ਔਰ ਉਸ ਭੈਣ ਨੇ 18 ਸਾਲ ਹੋ ਗਏ ਚਰਚ ਵਿੱਚ ਲਗਾਤਾਰ। ਕਿਉਂ ਨਾ ਭੈਣ ਜੀ ਸਵਰਗ ਵਿੱਚ ਜਾਏਗੀ। ਕੱਲੀ ਇਹੋ ਨਹੀਂ ਕਿ ਬਾਈਬਲ ਵਚਨ ਸਭ ਕੁਝ ਪੜ੍ਹ ਲਿਆ ਔਰ ਜਿਸ ਚਰਵਾਹੇ ਨੇ ਤੁਹਾਨੂੰ ਮਾਂ ਦੀ ਤਰ੍ਹਾਂ ਜਨਮ ਦਿੱਤਾ ਹੈ ਉਹ ਤੋਂ ਤੁਸੀਂ ਬੇਮੁਖ ਹੋ ਜਾਂਦੇ ਹੋ। ਨਹੀਂ ਨਹੀਂ ਨਹੀਂ, ਕਈ ਵਾਰੀ ਇਹਨਾਂ ਸੱਚਾਈਆਂ ਨੂੰ ਭੁੱਲ ਜਾਂਦੇ ਆ। ਬਾਈਬਲ ਦੇ ਵਿੱਚ ਅਬਰਾਨੀਆਂ 13 ਅਧਿਆਏ ਉਹਦੇ 7 ਵਚਨ 'ਚ ਲਿਖਿਆ ਹੈ, ਆਪਣੇ ਆਗੂਆਂ ਨੂੰ ਕੀ ਰੱਖੋ, ਕੀ ਰੱਖੋ, ਆਗੂਆਂ ਨੂੰ ਕੀ ਰੱਖੋ। ਲੇਕਿਨ ਅੱਜ ਦਾ ਸੰਸਾਰ ਬੜਾ ਫਾਸਟ ਚੱਲ ਰਿਹਾ ਹੈ। ਅੱਜ ਦਾ ਸੰਸਾਰ ਬੜਾ ਫਾਸਟ ਜਾ ਰਿਹਾ, ਬਹੁਤ ਜ਼ਿਆਦਾ ਫਾਸਟ। ਉਹ ਕਹਿੰਦੇ ਆਗੂ ਉਗੂ ਨੂੰ ਰਹਿਣ ਦਿਓ, ਛੱਡੋ ਪਰ ਹੁਣ ਆਪ ਹੀ ਆਗੂ ਬਣ ਗਏ। ਆਗੂ ਨੂੰ ਛੱਡੋ ਹੁਣ ਕਿਤੇ ਆਗੂ ਨੂੰ ਫੜੇ ਰੱਖਣਾ ਹੁਣ ਨਹੀਂ। ਇਹ ਬਾਈਬਲ ਦੀ ਸੱਚਾਈ ਹੈ। ਆਪਣੇ ਆਗੂ ਨੂੰ ਕੀ ਰੱਖੋ, ਜਿਨ੍ਹਾਂ ਤੁਹਾਡੀਆਂ ਜਾਨਾਂ ਦੇ ਨਿਮਿਤ ਕੀ ਰਹਿੰਦੇ ਨੇ, ਜਾਗਦੇ ਰਹਿੰਦੇ ਨੇ ਤੇ ਉਹਨਾਂ ਨੇ ਤੁਹਾਡੀਆਂ ਜਾਨਾਂ ਦਾ ਕੀ ਦੇਣਾ, ਲੇਖਾ ਦੇਣਾ। ਕੀ ਦੇਣਾ? ਬੋਲੋ, ਜਾਨਾਂ ਦਾ ਕੀ ਦੇਣਾ? ਆਮੀਨ। दोनों हाथ उठाओ या रख और बोलो कि हे परमेश्वर मैनू सामर्थ दे, मैनू मसा दे, मैनू पाकरू दी अग दे और मैनू सामर्थ दे, तां जो परमेश्वर मैं अपने चरवाहे नाल आग्याकार वफादार बनिया रहां। आमीन। हालेलुया, हालेलुया,
हालेलुया। जद एलिया और अलीशा जरदन दरिया दे उत्ते खड़े सन और एलिया ने परखिया कि भला छड्डदा कि जां नहीं, फिर उन्हें कहा तेरी जिंद दी सौं, तेरे परमेश्वर दी सौं, मैं हुण कच्चा निगा, हुण मैं तेरा साथ नहीं छड्डांगा। हुण एलिया दे द्वारा मुर्दे जिंदे हुंदे सी ते अलीशा दे द्वारा भी मुर्दे जिंदे होए। एलिया दे द्वारा मुर्दे जिंदे होए ते अलीशा दे द्वारा भी मुर्दे जिंदे होए। अभिषेक कित्थों आंदा है? एक अभिषेक आंदा तुहाडे परमेश्वर दे कोलों। ध्यान नाल सुनो, एक वरदान आंदा परमेश्वर दे कोलों। ते याद रखो, जिहड़ा मसा ते ताकत आंदी है वो तुहाडे चिरवाहे तक आंदी है ते फिर तुहाडे तक जांदी है। समझे कि नहीं? जदों चिरवाहे नाल तुसी वफादार रहिंदे हो ते परमेश्वर नाल तुसी वफादार रहिंदे हो, स्वर्ग नाल हैवन नाल तुसी वफादार रहिंदे हो। जदों तुसी चिरवाहे नूं छड्डदे हो ते तुसी कई चीज़ां नालों टुटदे हो। इस करके याद रखो, जिथे हुण तुहानूं परमेश्वर ने हुण ला दिता है, उच्ची आवाज़ नाल बोलो, जिथे मैनूं ला दिता है। हे प्रभु, जिथे तू मैनूं ला दिता है, मैं लग्या रवां, फल लैके आवां, 100 गुणा फल लैके आवां, तेरे राज वास्ते, तेरी महिमा वास्ते। आमीन। हालेलुया। बोल हालेलुया, हालेलुया, हालेलुया। अलीशा दिया मरण तो बाद, अलीशा दे मरण तो बाद भी अलीशा दिया हड्डियां दे विच, अलीशा दे मरण तो बाद भी अलीशा दिया हड्डियां दे विच, किहदियां हड्डियां विच? अलीशा दे मरण तो बाद भी अलीशा दिया हड्डियां दे विच सामर्थ सी। तुहानूं पता है, मरण तो बाद भी ओहदी हड्डियां, अलीशा मर गया, आत्मा स्वर्ग में चल गई, पर ओहदी हड्डियां दे विच सामर्थ सी। हड्डियां मरण तो बाद भी अलीशा दी हड्डियां दे विच सामर्थ सी। और बाइबल च लिखिया है, एक आराम दा राजा अलीशा दी कबर विच दब दिता। एक आराम दा राजा अलीशा दी कबर विच जदों दब दिता, मेरे वाल देखो, अलीशा दी हड्डियां उस राजे दी हड्डियां जदों आपस विच जुड़ गईयां ते राजा जिंदा हो गया। राजा जिंदा हो गया, राजा जिंदा होया, राजा फिर जिंदा हो गया। याद रखो परमेश्वर दे प्यारे लोगों, मसा, सामर्थ और वफादारी जिहड़ी है ये नाल नाल चलदी है, ये नाल नाल चलदी है। जदों तुसी चरवाहे दे वफादार रहोगे, सामर्थ मरण तो बाद भी तुहाडियां हड्डियां विच रहेगी, अभिषेक तुहाडियां हड्डियां विच रहेगा, प्रभु दा अभिषेक तुहाडियां हड्डियां विच रहेगा। और इहो ही लास्ट समय ते यसु मसीह दे आन तो बाद जदों मेरा प्रभु आएगा, इहो ही जो तुहाडियां हड्डियां विच है, इहो ही तुहानूं जिंदा करेगा और वापस स्वर्ग दे विच लैके जाऊगा। बोल हालेलुया, बोल हालेलुया, हालेलुया, बोल हालेलुया। यहोशुआ एक नौजवान लड़का से, उन्हें कुछ पता नहीं सी। यहोशुआ कौन सी? मूसा दा चेला। जो मूसा दा चेला सी। वो अलीशा एलिया दा चेला सी और यहोशुआ मूसा दा चेला सी। ते यहोशुआ ते जंग सी, उन्हें की पता लड़ाई किदां लड़ी दी है, किदां राजा बनी दा, उन्हें कुछ पता नहीं, पर उन्हें इको पता सी कि मूसा दे नाल ना रहना, बस मूसा दी आग्याकारी करनी बस, और जिदा मूसा प्रार्थना करदा इदा करना बस, और उन्हें कुछ पता नहीं सी, उन्हें कुछ पता नहीं सी। हुण ध्यान नाल सुनिए, मेरे वाल देखो, पर परमेश्वर बड़े गौर दे नाल, बड़ी टेंशन,
ਬੜੀ ਟੈਨਸ਼ਨ, ਬੜੇ ਫਿਕਰਮੰਦ ਯਹੋਸ਼ੂਆ ਦੀ ਲਾਈਫ ਨੂੰ ਦੇਖ ਰਿਹਾ ਸੀ। ਯਹੋਸ਼ੂਆ ਨੂੰ ਬੜੇ ਗੌਰ ਦੇ ਨਾਲ ਦੇਖ ਰਿਹਾ ਸੀ। ਅਜੇ ਮੂਸਾ ਪਤਾ ਨਹੀਂ ਦੇਖਦਾ ਸੀ ਕਿ ਜਾਂ ਨਹੀਂ, ਪਰ ਪਰਮੇਸ਼ਵਰ, ਯਹੋਵਾ ਪਰਮੇਸ਼ਵਰ ਬੜੇ ਗੌਰ ਦੇ ਨਾਲ ਯਹੋਸ਼ੂਆ ਨੂੰ ਦੇਖ ਰਿਹਾ ਸੀ। ਔਰ ਮੂਸਾ ਦੇ ਮਰਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਮੂਸਾ ਦੇ ਲੜਕਿਆਂ ਨੂੰ ਨਹੀਂ, ਮੂਸਾ ਦੇ ਡੈਡੀ ਨੂੰ ਨਹੀਂ, ਮੂਸਾ ਦੇ ਭਰਾਵਾਂ ਨੂੰ ਨਹੀਂ, ਮੂਸਾ ਦੇ ਰਿਸ਼ਤੇਦਾਰਾਂ ਨੂੰ ਨਹੀਂ, ਔਰ ਮੂਸਾ ਦੇ ਹੋਰ ਕਿਸੇ ਖਾਸ ਰਿਸ਼ਤੇਦਾਰਾਂ ਨੂੰ ਨਹੀਂ ਚੁਣਿਆ। ਪਰਮੇਸ਼ਵਰ ਨੇ ਆਪਣੇ ਉਸ ਦਾਸ ਯਹੋਸ਼ੂਆ ਨੂੰ ਚੁਣਿਆ ਜਿਹੜਾ ਮੂਸਾ ਦੀ ਆਗਿਆਕਾਰੀ ਕਰ ਰਿਹਾ ਸੀ। ਮੂਸਾ ਪਰਮੇਸ਼ਵਰ ਦੀ ਆਗਿਆਕਾਰੀ ਕਰ ਰਿਹਾ ਸੀ। ਗੌਰ ਨਾਲ ਦੇਖੋ, ਮੂਸਾ ਪਰਮੇਸ਼ਵਰ ਦੀ ਆਗਿਆਕਾਰੀ ਕਰ ਰਿਹਾ ਸੀ ਔਰ ਯਹੋਸ਼ੂਆ ਮੂਸਾ ਦੀ ਆਗਿਆਕਾਰੀ ਕਰ ਰਿਹਾ ਸੀ। ਵਫਾਦਾਰ ਸੀ ਉਹ, ਤੇ ਵਫਾਦਾਰ ਲੋਕਾਂ ਨੂੰ ਪਰਮੇਸ਼ਰ ਪਸੰਦ ਕਰਦਾ ਹੈ। ਵਫਾਦਾਰ ਲੋਕਾਂ ਨੂੰ ਪਰਮੇਸ਼ਰ ਪਸੰਦ ਕਰਦਾ ਹੈ। ਵਫਾਦਾਰ ਲੋਕਾਂ ਨੂੰ ਪਰਮੇਸ਼ਰ ਪਸੰਦ ਕਰਦਾ ਹੈ। ਏਲੀਆ ਨੂੰ ਇਸ ਕਰਕੇ ਪਸੰਦ ਕੀਤਾ, ਉਹ ਏਲੀਆ ਦਾ ਵਫਾ। ਅਲੀਸ਼ਾ ਨੂੰ ਇਸ ਕਰਕੇ ਪਸੰਦ ਕੀਤਾ ਕਿਉਂਕਿ ਉਹ ਵਫਾਦਾਰ ਸੀ ਏਲੀਆ ਦਾ। ਔਰ ਯਹੋਸ਼ੂਆ ਨੂੰ ਇਸ ਕਰਕੇ ਪਸੰਦ ਕੀਤਾ ਕਿਉਂਕਿ ਉਹ ਮੂਸਾ ਦਾ ਵਫਾਦਾਰ ਸੀ। ਇਸ ਕਰਕੇ ਪਰਮੇਸ਼ਵਰ ਨੇ ਕਿਸੇ ਮੂਸਾ ਦੇ ਰਿਸ਼ਤੇਦਾਰ ਨੂੰ ਨਹੀਂ ਚੁਣਿਆ। ਮੂਸਾ ਨੂੰ ਕਿਹਾ ਨਹੀਂ, ਮੇਰੇ ਲੋਕਾਂ ਦੀ ਗਵਾਹੀ ਕਰਨ ਤੇਰੇ ਮਰਨ ਤੋਂ ਬਾਅਦ ਯਹੋਸ਼ੂਆ ਮੇਰੇ ਲੋਕਾਂ ਨੂੰ, ਮੇਰੀ ਸੰਤਾਨ ਨੂੰ, ਇਸਰਾਇਲੀ ਲੋਕਾਂ ਨੂੰ ਇਹੋ ਹੀ ਯਹੋਸ਼ੂਆ, ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਿੱਚ ਇਹੋ ਹੀ ਯਹੋਸ਼ੂਆ ਲੈ ਕੇ ਜਾਏਗਾ, ਇਹੋ ਹੀ ਲੈ ਕੇ ਜਾਊਗਾ, ਇਹੋ ਹੀ। ਮੂਸਾ ਵੀ ਸੋਚਦਾ ਹੋਗਾ ਇਹ ਲੜਕਾ ਜਿਹਾ ਤੇ ਹੈਗਾ, ਹਲਕਾ ਜਿਹਾ ਹੈਗਾ, ਇਹ ਕੀ ਲੈ ਕੇ ਜਾਊਗਾ? ਪਰ ਨਹੀਂ ਕਲੀਸਿਆ, ਵਫਾਦਾਰੀ ਸਭ ਗਿਆਨ ਤੋਂ ਵੱਡੀ ਹੈ, ਸਭ ਨੌਲੇਜ ਤੋਂ ਵੱਡੀ ਹੈ। ਵਫਾਦਾਰ ਬਣ ਕੇ ਰਹੋਗੇ, ਪਰਮੇਸ਼ਵਰ ਦੇ ਵਫਾਦਾਰ ਬਣ ਕੇ ਰਹੋਗੇ, ਦਾਸ ਨਾਲ ਵਫਾਦਾਰ ਬਣ ਕੇ ਰਹੋਗੇ, ਚਰਚ ਨਾਲ ਵਫਾਦਾਰ ਬਣ ਕੇ ਰਹੋਗੇ, ਪਵਿੱਤਰ ਆਤਮਾ ਨਾਲ ਵਫਾਦਾਰ ਰਹੋਗੇ, ਉਹਦੇ ਵਚਨ ਨਾਲ ਬਣ ਕੇ ਰਹੋਗੇ, ਤਾਂ ਪਰਮੇਸ਼ਵਰ ਜਿਸ ਤਰ੍ਹਾਂ ਅਲੀਸ਼ਾ ਨੂੰ ਇਸਤੇਮਾਲ ਕੀਤਾ ਆਪਣੇ ਕੰਮਾਂ ਵਾਸਤੇ, ਯਹੋਸ਼ੂਆ ਨੂੰ ਰਾਜੇ ਤੱਕ ਲੈ ਕੇ ਗਿਆ, ਉਹ ਤੁਹਾਨੂੰ ਵੀ ਲੈ ਕੇ ਜਾਏਗਾ। ਉਹ ਤੁਹਾਨੂੰ ਵੀ ਉੱਚਾ ਲੈ ਕੇ ਜਾਊਗਾ, ਤੁਹਾਨੂੰ ਵੀ ਬਲੈਸ ਕਰੇਗਾ, ਤੁਹਾਨੂੰ ਵੀ ਆਸ਼ੀਸ਼ ਦਊਗਾ, ਤੁਹਾਨੂੰ ਵੀ ਬਰਕਤ ਦਊਗਾ। ਬੋਲੋ ਹਾਲੇਲੂਇਆ, ਬੋਲੋ ਹਾਲੇਲੂਇਆ। ਖੜੇ ਹੋ ਜਾਓ ਸਭ ਜਨ, ਅੱਜ ਨਹੀਂ ਕਿ 4 ਵਜੇ, ਖੜੇ ਹੋ ਜਾਓ ਸਭ ਜਨ। 3 ਵਜ ਗਏ, ਰੱਬ ਦੀ ਦਾਸ